ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਖੜੇ ਹਾਂ ਜੀ ਸੋਫੀ ਪਿੰਡ ਦੇ ਵਿੱਚ। ਸੋਫੀ ਪਿੰਡ ਆ ਜਿਹੜਾ ਜਲੰਧਰ ਜ਼ਿਲ੍ਹੇ ਦਾ ਪਿੰਡ ਆ, ਜਲੰਧਰ ਸ਼ਹਿਰ ਦੇ ਵਿੱਚ ਹੀ ਪੈਂਦਾ ਇਹ। ਜਲੰਧਰ ਹਵੇਲੀ ਬੜੀ ਮਸ਼ਹੂਰ ਆ, ਆਪਾਂ ਸਾਰਿਆਂ ਨੂੰ ਪਤਾ ਜਲੰਧਰ ਸ਼ਹਿਰ ਦੇ ਵਿੱਚ ਹਵੇਲੀ ਹੈ ਜਿੱਥੇ ਪ੍ਰਸ਼ਾਦਾ ਪਾਣੀ ਛਕਦੇ ਲੋਕ ਆ ਕੇ। ਹਵੇਲੀ ਦੇ ਬਿਲਕੁਲ ਨੇੜੇ ਹੀ ਪਿੰਡ ਪੈਂਦਾ ਹੈ ਸੋਫੀ ਪਿੰਡ। ਉਸ ਪਿੰਡ ਦੇ ਵਿੱਚ ਅਸੀਂ ਖੜੇ ਹਾਂ। ਜੋਗਰਾਜ ਕੁਮਾਰ ਜੋਗੀ ਪੰਡਤ ਜੀ ਦਾ ਘਰ ਆ ਇਹ, ਤੇ ਜਿਹਦਾ ਯਾਨੀ ਕਿ ਇਕੱਲੇ ਦਾ ਜੀਵਨ ਇਸ ਟਾਈਮ ਨਰਕ ਵਰਗਾ ਨਿਕਲ ਰਿਹਾ ਵਾ। ਘਰ ਦੇ ਵਿੱਚ ਬੱਚੇ ਆ ਜਿਹੜੇ ਉਹ ਛੱਡ ਕੇ ਜਾ ਚੁੱਕੇ ਆ। ਬੇਟਾ ਏਜੰਟੀ ਦਾ ਕੰਮ ਕਰਦਾ ਸੀਗਾ, ਉਹਨੇ ਲੋਕਾਂ ਦਾ 70-80 ਲੱਖ ਰੁਪਈਆ ਏਜੰਟੀ ਦੇ ਵਿੱਚ ਖਾ ਲਿਆ ਤੇ ਭੱਜ ਗਿਆ ਇੱਥੋਂ। ਉਹ ਲੋਕ ਮਾਰਨ ਪੈਂਦੇ ਸੀ ਬਾਪੂ ਨੂੰ ਵੀ। ਬਾਪੂ ਦੀਆਂ 2 ਬੇਟੀਆਂ ਉਹ ਵੀ ਆ ਇੱਥੇ ਨੇੜੇ ਤੇੜੇ ਵਿਆਹੀਆਂ ਹੋਈਆਂ, ਉਹ ਵੀ ਆਪਦਾ ਪੱਲਾ ਛਡਾ ਲਿਆ ਉਹਨਾਂ ਨੇ ਵੀ ਸਾਡੇ ਨਾਲ ਕੋਈ ਲਿੰਕ ਨਹੀਂ ਹੈ ਨਾ। ਇਕੱਲਾ ਫਸ ਗਿਆ ਪਿੱਛੇ ਬਾਪੂ ਵਿਚਾਰਾ ਦੁਕਾਨ ਕਰਦਾ ਸੀ, ਲੋਕਾਂ ਨੇ ਉਹ ਵੀ ਖੋਲੀ ਦੱਬ ਲਈ ਜਿਨ੍ਹਾਂ ਨੇ ਪੈਸੇ ਦੇਣੇ ਸੀ। ਹੋਰ ਸਾਰਾ ਪੈਸਾ ਪੂਸਾ ਸਭ ਕੁਝ ਬਾਪੂ ਦਾ ਖੋਲਿਆ, ਲੁੱਟ ਲਿਆ ਲੋਕਾਂ ਨੇ। ਇੱਕ ਘਰ ਰਹਿ ਗਿਆ ਜਿਹੜਾ ਨਿੱਕਾ ਜਿਹਾ ਘਰ ਆ 2 ਕਮਰਿਆਂ ਦਾ, ਇਹਦੇ ਵਿੱਚ ਬਾਪੂ ਹੁਣ ਨਰਕ ਵਰਗਾ ਜੀਵਨ ਕੱਟਦਾ। ਜੋਗਰਾਜ ਜੋਗੀ ਤੁਹਾਨੂੰ ਮਿਲਾਉਂਦੇ ਆ, ਬਜ਼ੁਰਗ ਦੇ ਹਾਲਾਤ ਕੀ ਆ ਦਿਖਾਉਂਦੇ ਆ। ਆਹ ਘਰ ਦੇ ਜਿਹੜੇ ਗੇਟ ਆ ਜਿਹੜਾ ਅਸੀਂ ਆ ਕੇ ਬੜੀ ਮੁਸ਼ਕਿਲ ਨਾਲ ਖਿਲਾਇਆ ਬਾਪੂ ਤੋਂ ਹੁਣ। ਤੇ ਅੰਦਰ ਤੁਸੀਂ ਦੇਖੋ ਆਹ ਬਾਹਰ ਬਿਸਕੁਟਾਂ ਦਾ ਪੈਕਟ ਲੰਕਦਾ, ਕੋਈ ਦੇ ਜਾਂਦਾ ਬਾਪੂ ਨੂੰ ਤੇ ਬਾਪੂ ਬਿਸਕੁਟ ਕੱਢ ਕੇ ਖਾ ਲੈਂਦਾ। ਗੇਟ ਦੇ ਬਾਹਰ ਹੀ ਬੰਨਿਆ ਹੋਇਆ ਪੱਕਾ। ਆ ਭਾਂਡੇ ਆ ਜਿਹਦੇ ਵਿੱਚ ਕੋਈ ਦਾਲ ਸਬਜ਼ੀ ਜਾਂ ਕੋਈ ਪਾ ਜਾਂਦਾ। ਇਹਦੇ 'ਚ ਵੀ ਉੱਲੀ ਲੱਗੀ ਪਈ ਆ, ਹਰੇ ਰੰਗ ਦੀ ਜਿਲਬ ਲੱਗੀ ਪਈ ਆ ਹਨਾ। ਤੇ ਜਾਂ ਮੋਟਰ ਚੱਲੀ ਨੂੰ ਪਤਾ ਹੀ ਨਹੀਂ ਕਿੰਨੇ ਸਾਲ ਹੋ ਗਏ ਨੇ। ਮੋਟਰ ਜਿਹੜਾ ਹੈਗਾ ਉਹ ਖਤਮ ਹੋ ਗਿਆ। ਇਸ ਘਰ ਦੇ ਦਰਵਾਜ਼ੇ ਬਾਰੀਆਂ ਵੀ ਲੋਕ ਲਾ ਕੇ ਲੈ ਗਏ ਨੇ। ਦਰਵਾਜ਼ੇ ਬਾਰੀਆਂ ਵੀ ਇਸ ਘਰ ਦੇ ਲਾ ਕੇ ਲੈ ਗਏ ਨੇ। ਇਸ ਘਰ ਦੇ ਵਿੱਚ ਆ ਬਜ਼ੁਰਗ ਦੀ ਖੁੰਡੀ ਪਈ ਆ ਤੇ ਆ ਘਰ ਦੇ ਫਰਸ਼ ਦੇ ਉੱਪਰ ਦੇਖੋ ਕਿੱਦਾਂ ਦੇ, ਕਿਉਂਕਿ ਬਾਪੂ ਨੂੰ ਤਾਂ ਆਪਦਾ ਆਪ ਲੈ ਕੇ ਚੱਲਣਾ ਹੀ ਮੁਸ਼ਕਲ ਹੋਇਆ ਹੋਇਆ ਇਸ ਟਾਈਮ। ਆ ਬਾਰੀਆਂ ਦੇ ਉੱਪਰ ਲੰਕਦੇ ਲਿਫਾਫੇ, ਖਾਣ ਪੀਣ ਵਾਲਾ ਸਮਾਨ ਤੇ ਆ ਗੰਦੇ ਕੱਪੜੇ। ਤੇ ਬਜ਼ੁਰਗ ਨੂੰ ਕੋਈ ਪ੍ਰਸ਼ਾਦਾ ਪਾਣੀ ਦੇ ਦਿੰਦਾ, ਬਾਪੂ ਛਕ ਲੈਂਦੇ ਨੇ। ਆ ਸੁੱਕੀਆਂ ਰੋਟੀਆਂ ਪਈਆਂ, ਵਿੱਚੇ ਕਿੰਨੂ ਪਏ ਆ, ਵਿੱਚੇ ਬਿਸਕੁਟ ਆ, ਬ੍ਰੈਡ ਆ। ਤੇ ਇੱਥੇ ਬਜ਼ੁਰਗ ਆ ਹੁਣ ਪ੍ਰਸ਼ਾਦਾ ਛਕ ਕੇ ਹਟੇ ਨੇ ਸਾਡੇ ਆਉਣ ਤੋਂ ਪਹਿਲਾਂ। ਹੁਣੇ ਇਹ ਪ੍ਰਸ਼ਾਦਾ ਸੀ ਇਹਨਾਂ ਨੇ ਛਕ ਕੇ ਇਕੱਠਾ ਕੀਤਾ, ਲਿਫਾਫੇ 'ਚ ਪਾਇਆ। ਲਿਫਾਫੇ 'ਚ ਹੀ ਸਬਜ਼ੀ ਪਈ ਸੀ ਥੋੜੀ ਜਿਹੀ, ਉਹਦੇ ਵਿੱਚੋਂ ਲਿਫਾਫੇ 'ਚ ਹੀ ਖਾਈ ਜਾਂਦੇ ਸੀ ਬਾਪੂ। ਤੇ ਇਹ ਹੈਗੇ ਨੇ ਬਾਪੂ ਜੀ ਜੋਗਰਾਜ ਕੁਮਾਰ ਜੋਗਰਾਜ ਕੱਲੇ ਪੰਡਤ ਜੋਗਰਾਜ ਜੀ। ਪੰਡਤ ਜੋਗਰਾਜ ਜੀ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਘਲਣਾ ਘਲੀ, ਜੋ ਇਹਨਾਂ ਦੇ ਨਾਲ ਵਰਤਾਰਾ ਹੋਇਆ, ਅੱਜ ਤੁਹਾਨੂੰ ਅਸੀਂ ਉਹਦੇ ਬਾਰੇ ਜਾਣਕਾਰੀ ਦੇਵਾਂਗੇ। 10 ਮਿੰਟ ਲਾ ਕੇ ਆਪਣੀ ਜ਼ਿੰਦਗੀ ਦੇ ਵਿੱਚੋਂ ਜ਼ਰੂਰ ਧਿਆਨ ਨਾਲ ਦੇਖਿਓ ਤੇ ਸੁਣਿਓ ਵੀ ਹਾਲਾਤ ਕੀ ਆ ਅੱਜ ਦੇ ਇਨਸਾਨ ਦੇ ਤੇ ਅੱਜ ਦੇ ਸਮਾਜ ਦੇ ਸਾਡੇ ਦੇ। ਬਾਪੂ ਦੇ 2 ਧੀਆਂ 1 ਪੁੱਤ। ਬਾਪੂ ਨੇ ਸਭ ਤੋਂ ਪਹਿਲਾਂ ਨੌਕਰੀ ਜਿਹੜੀ ਕੀਤੀ ਉਹ ਬਾਪੂ ਜੀ ਨੇ ਕੀਤੀ ਟੈਲੀਫੋਨ ਮਹਿਕਮੇ ਦੇ ਵਿੱਚ। 2.5 ਸਾਲ ਬਾਪੂ ਜੀ ਕਹਿੰਦੇ ਮੈਂ ਟੈਲੀਫੋਨ ਮਹਿਕਮੇ 'ਚ ਲਾਏ। ਫਿਰ 2.5 ਸਾਲ ਬਾਪੂ ਜੀ ਕਹਿੰਦੇ ਮੈਂ ਬਿਜਲੀ ਬੋਰਡ ਦੇ ਵਿੱਚ ਲਗਾਏ। ਫਿਰ ਉਸ ਤੋਂ ਬਾਅਦ ਬਾਪੂ ਜੀ ਕਹਿੰਦੇ ਵੀ ਮੈਂ ਪੁਲਿਸ ਦੇ ਵਿੱਚ ਹਰਿਆਣਾ ਪੁਲਿਸ ਚਲੇ। ਬਾਪੂ ਜੀ ਦੱਸੋ ਉਸ ਤੋਂ ਬਾਅਦ ਕੀ ਕੀਤਾ? हरियाणा पुलिस की चला गया। कितना पहले नंबर पे मैं भर्ती हुआ था। ठीक है बापू जी। उन्होंने कहा छाती फैला कर दिखा, मुझे 3.5 दिन की छाती फैलाई, उन्होंने 1 नंबर पे मैंने भर्ती कर लिया। भर्ती कर लिया। कितना टाइम लाया बापू जी? कितना टाइम लाया? 7 साल 2 महीने 28 दिन। 7 साल 2 महीने 28 दिन। फिर उस तो बाद बापू जी आके रेलवे से उसके बाद जो आ गया तो फिर मैं 4 साल रेलवे की। अगर जो लगातार कच्ची करता किसी जगह पे एक डिपार्टमेंट तब फिर मैंने पेंशन मिल जाएगी। ਉਸ ਟਾਈਮ ਭਲੇ ਟਾਈਮ ਸੀਗੇ, ਨੌਕਰੀਆਂ ਵੀ ਮਿਲ ਜਾਂਦੀਆਂ ਸੀ। ਬਾਪੂ ਇੰਟੈਲੀਜੈਂਟ ਸੀ, ਸਰੀਰਕ ਪੱਖੋਂ ਤਕੜਾ ਸੀਗਾ, ਸਿਆਣਾ ਸੁਲਝਿਆ ਹੋਇਆ ਬੰਦਾ ਸੀਗਾ। ਨੌਕਰੀ ਮਿਲਦੀ ਗਈ। ਫਿਰ ਬਾਪੂ ਜੀ ਨੇ ਰੇਲਵੇ ਬੋਰਡ ਦੇ ਵਿੱਚ ਕੰਮ ਕਰਨ ਤੋਂ ਬਾਅਦ ਫਿਰ ਦੁਕਾਨ ਕਰ ਲਈ ਕਰਿਆਨੇ ਦੀ। 28 ਸਾਲ ਕਰਿਆਨੇ ਦੀ ਦੁਕਾਨ ਕੀਤੀ। ਉਹ ਤੇ ਸਮਝ ਲਓ ਜਿੱਦਾਂ ਸੱਚਾ ਸੌਦਾ ਗੁਰੂ ਨਾਨਕ ਨੂੰ ਕੀਤਾ ਉਦਾਂ ਹੀ ਮੈਂ ਦੁਕਾਨ ਨੂੰ ਕੀਤਾ। मैं अपना जो भी को या को लोग का करो 2 रुपये नहीं थी निकल रहे, आटा नहीं थी निकल रहे। और आगे कहना था तू ही पालना था, बच्चा तू पालना। जब बच्चा पैदा होता है वो भी आगे कहना गोदी से रखना है, तू पालना। उन्होंने ਇੰਨਾ ਹੀ ਕਿ ਬਾਪੂ ਦਇਆਵਾਨ ਬੰਦੇ ਸੀਗੇ ਬਹੁਤ ਵਧੀਆ। ਯਾਨੀ ਕਿ ਬਾਪੂ ਨੇ 28 ਸਾਲ ਦੁਕਾਨਦਾਰੀ ਕੀਤੀ। ਬਹੁਤ ਲੋਕਾਂ ਤੋਂ ਪੈਸਾ ਲੈਣ ਵਾਲਾ ਸੀ ਬਾਜ਼ਾਰ ਦੇ ਵਿੱਚ ਹੀ ਰਹਿ ਗਿਆ, ਦੱਬ ਗਏ ਲੋਕ, ਕਿਸੇ ਨੇ ਦਿੱਤਾ ਤੇ ਬਾਪੂ ਦੇ। ਪਰ ਘਰ ਦੇ ਵਿੱਚ ਹਾਲਾਤ ਜਿਹੜੇ ਵਿਗੜੇ, 2 ਧੀਆਂ ਤਾਂ ਬਾਪੂ ਨੇ ਪਾਲੀਆਂ
ਪੁੱਤ ਪਾਲਿਆ, ਪੜ੍ਹਾਇਆ ਲਿਖਾਇਆ, ਵਿਆਹ ਤੇ। ਪਰ ਜਦੋਂ ਪੁੱਤ ਜਵਾਨ ਹੋਇਆ ਉਹ ਏਜੰਟੀ ਕਰਨ ਲੱਗ ਗਿਆ, ਜਿਹੜੀ ਆਹ ਬਾਹਰ ਕੈਨੇਡਾ ਅਮਰੀਕਾ ਚ ਭੇਜਦੇ ਨੇ 2 ਨੰਬਰ ਦੇ ਵਿੱਚ ਨੌਜਵਾਨ ਜਾਂਦੇ ਉਹਨੇ ਨੇ। ਪਹਿਲਾਂ ਸਿਵਲ ਹਸਪਤਾਲ ਕੋਲ ਲੱਗਿਆ ਸੀ। ਅੱਛਾ ਜੀ। ਸਿਵਲ ਹਸਪਤਾਲ ਕੋਲ ਲੱਗਾ ਸੀ। ਉਹ ਅੱਖਾਂ ਦੇ ਡਾਕਟਰ ਤੇ ਦੰਦਾਂ ਦੇ ਡਾਕਟਰਾਂ ਦੇ ਨਾਲ ਮਦਦ ਕਰ ਰਿਹਾ, ਉੱਥੇ ਕੰਮ ਕਰ ਰਿਹਾ ਸੀ। ਠੀਕ ਹੈ ਉਹ ਜੋ ਕਹਿੰਦਾ ਕਿ ਪਾਪਾ ਜੀ ਇਹਨਾਂ ਨੇ ਮੇਰੇ ਪੈਸੇ ਨਹੀਂ ਬੋਲਣਗੇ। ਅੱਛਾ ਜੀ। ਫਿਰ ਬਾਅਦ ਵਿੱਚ ਏਜੰਟ ਬਣ ਗਿਆ। ਏਜੰਟ ਬਣ ਗਏ। ਹਾਂ ਪੈਸੇ ਦੀ ਭੁੱਖ ਜ਼ਿਆਦਾ ਸੀਗੀ। ਹਾਂ, ਉਹਨੂੰ ਮੈਂ ਕਹਿੰਦੇ ਤੂੰ ਸਬਰ ਕਰ, ਤੂੰ ਕਲਾਸ ਪਾਸ ਕਰ, ਫਿਰ ਮੈਂ ਕੂਟੂੰਗੀ। ਜੋ ਕੁਦਾਂ ਮੇਰੇ ਟਾਈਮ ਪਾਸ ਕਰ ਬੇਦਾ ਕਰਨੀ ਜਾ। ਤੇ ਅੱਜ ਬਾਪੂ ਜੀ ਇਸ ਹਾਲਾਤ 'ਚ ਜਿਹੜੇ ਖੜੇ ਦੇਖਦੇ ਆ ਤੁਸੀਂ, ਥੋੜੇ ਦਿਨ ਪਹਿਲਾਂ ਹੱਥ ਤੇ ਚਾਹ ਡੁੱਲ ਗਈ, ਹੱਥ ਵੀ ਮੱਚ ਗਿਆ ਸੀ, ਪੈਰ ਵੀ। ਤੇ ਨੰਬਰਦਾਰ ਸਾਹਿਬ ਇਹਨਾਂ ਦੇ ਗਵਾਂਢ ਦੇ, ਬਾਪੂ ਕੀ ਨਾਮ ਹੈ ਜੀ ਤੁਹਾਡਾ? ਸੁਰਿੰਦਰ ਸਿੰਘ ਜੀ। ਇਹ ਨੰਬਰਦਾਰ ਸਾਹਿਬ ਨੇ, ਨੇੜੇ ਗਵਾਂਢ 'ਚ ਰਹਿੰਦੇ ਨੇ। ਇਹ ਪ੍ਰਧਾਨ ਜੀ ਨੇ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ। ਬਾਈ ਕੀ ਨਾਮ? ਰਣਧੀਰ ਸਿੰਘ ਬਾਈਆ। ਰਣਧੀਰ ਸਿੰਘ ਬਾਈਆ ਜੀ। ਤੇ ਇਹਨਾਂ ਵੀਰਾਂ ਨੇ ਸਾਨੂੰ ਦੋਨਾਂ ਨੇ ਦੱਸਿਆ ਫੋਨ ਕਰਕੇ, ਬਾਈ ਨੰਬਰਦਾਰ ਸਾਹਿਬ ਨੇ ਵੀਡੀਓ ਬਣਾ ਕੇ ਭੇਜੀ, ਬਾਪੂ ਦੇ ਹਾਲਾਤਾਂ ਬਾਰੇ ਸਾਨੂੰ ਜਾਣੂ ਕਰਾਇਆ ਵੀ ਇੱਥੇ ਇੱਕ ਬਜ਼ੁਰਗ ਰਹਿੰਦੇ ਨੇ ਸਾਡੇ ਗਵਾਂਢ 'ਚ, ਹਾਲਾਤ ਬਹੁਤ ਮਾੜੇ ਨੇ। ਬਜ਼ੁਰਗ ਨੇ, ਉਹ ਚਾਹੁੰਦੇ ਨੇ ਵੀ ਮੈਨੂੰ ਕੋਈ ਏਦਾਂ ਦਾ ਟਿਕਾਣਾ ਮਿਲ ਜੇ ਜਿੱਥੇ ਮੈਂ ਆਪਣਾ ਸਮਾਂ ਕੱਢ ਸਕਾਂ। ਤੇ ਫਿਰ ਅੱਜ ਅਸੀਂ ਇੱਥੇ ਪਹੁੰਚੇ ਆ ਜੀ। ਇਹ ਹਵੇਲੀ ਦੇ ਬਿਲਕੁਲ ਨੇੜੇ ਜਲੰਧਰ ਸ਼ਹਿਰ ਦੇ ਵਿੱਚ ਪੈਂਦਾ ਇਹ ਪਿੰਡ ਆ। ਤੇ ਇਹ ਰੱਬ ਰੂਪੀ ਬਜ਼ੁਰਗ ਨੂੰ ਦੇਖ ਕੇ ਸਾਡਾ ਆਪਦਾ ਜਿਹੜਾ ਹਿਰਦਾ ਵਾ ਉਹ ਬਲੁੰਦਰਿਆ ਗਿਆ। ਬਾਪੂ ਦੇ ਇੱਥੇ ਜ਼ਖਮ ਆ ਬਹੁਤ ਵੱਡਾ। ਜੇ ਅਸੀਂ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤਾਂ ਇਹਨਾਂ ਦੀ ਵੀਡੀਓ ਵੀ ਸਾਡੀ ਹਿਡਨ ਕਰ ਦੇਣੀ ਆ। ਆ ਕੱਪੜਾ ਨਾਲ ਜੁੜਿਆ ਪਿਆ, ਐਡੀ ਵੱਡੀ ਫੈਂਸੀ ਆ, ਉਹਦੇ ਵਿੱਚੋਂ ਪਸ ਨਿਕਲ ਰਹੀ ਆ। ਤੇ ਇਹ ਇਕੱਲਾ ਬਜ਼ੁਰਗ, ਮੈਂ ਸਰਕਾਰੀ ਹਸਪਤਾਲ ਤੋਂ ਬਾਪੂ ਦਵਾਈ ਲਿਆਏ ਸੀ ਜਾ ਕੇ। ਦਵਾਈ ਕਿੱਥੋਂ ਲਿਆਏ ਸੀ? ਟਿਊਬ। ਬਾਪੂ ਟਿਊਬ ਜੇਬ 'ਚ ਪਾਈ ਫਿਰਦੇ ਨੇ, ਟਿਊਬ ਲਿਆਏ ਨੇ, ਉਹ ਲਾ ਰਹੇ ਨੇ 3 ਦਿਨਾਂ ਤੋਂ ਹਨਾ ਜ਼ਖਮ ਦੇ ਉੱਪਰ। ਤੇ ਪ੍ਰਸ਼ਾਦਾ ਛਕ ਕੇ ਸਬਰ ਦੇ ਨਾਲ ਬਾਪੂ ਕਹਿੰਦਾ ਮੈਂ ਇੱਥੇ ਸੌ ਜਾਣਾ। ਇੰਨੇ ਸਾਲ ਮਿਹਨਤ ਕੀਤੀ, ਬੱਚੇ ਪਾਲੇ, ਪੜ੍ਹਾਏ, ਪਰ ਕਿਸੇ ਕੰਮ ਨਹੀਂ ਆਇਆ। ਅੱਜ ਧੀਆਂ ਵੀ ਬਾਪੂ ਦੇ ਕੋਲੇ ਆ ਨਹੀਂ ਰਹੀਆਂ, ਨਾ ਬਾਪੂ ਉਹਨਾਂ ਕੋਲੇ ਜਾ ਸਕਦਾ। ਪੁੱਤ ਦਾ ਪਤਾ ਹੀ ਨਹੀਂ, ਇੰਨਾ ਪਤਾ ਵੀ ਦਿੱਲੀ ਨੋਇਡਾ ਦੇ ਵਿੱਚ ਰਹਿੰਦਾ, ਜਿਹੜਾ ਬੜਾ ਪੌਸ਼ ਸ਼ਹਿਰ ਆ, ਬੜਾ ਅਮੀਰ ਲੋਕਾਂ ਦਾ ਸ਼ਹਿਰ ਆ, ਬੜਾ ਹਾਈ ਫਾਈ ਸ਼ਹਿਰ ਆ। ਉੱਥੇ ਪ੍ਰਾਪਰਟੀ ਦਾ ਕੰਮ ਕਰਦਾ, ਪਰ ਐਡਰੈਸ ਕੀ ਆ, ਫੋਨ ਨੰਬਰ ਕੀ ਆ, ਇਹ ਬਾਪੂ ਨੂੰ ਨਹੀਂ ਪਤਾ। ਤੇ ਬਾਪੂ ਦਾ ਪੁੱਤ ਇੱਥੋਂ ਏਜੰਟੀ ਦੇ ਚੱਕਰ ਦੇ ਵਿੱਚ ਲੋਕਾਂ ਦਾ ਲੱਖਾਂ ਰੁਪਈਆ ਲੈ ਕੇ, ਯਾਨੀ ਕਿ ਉਹ ਰਫੂ ਚੱਕਰ ਹੋ ਗਿਆ, ਚਲਿਆ ਗਿਆ ਇੱਥੋਂ। ਉਸ ਤੋਂ ਬਾਅਦ ਬਾਪੂ ਦੁਕਾਨ ਕਰਦੇ ਸੀ ਤੇ ਦੁਕਾਨ ਤੇ ਵੀ ਲੋਕਾਂ ਨੇ ਆ ਕੇ ਬਾਪੂ ਨੂੰ ਘੂਰਨਾ, ਆ ਕੇ ਦਬਕੇ ਮਾਰਨੇ, ਦੁਕਾਨ ਵੀ ਦੱਬ ਲਈ, ਕਬਜ਼ਾ ਕਰ ਲਿਆ। ਜਿਹਨੂੰ ਨਾ ਕਰਦਾ ਸੀ ਨਾ ਖਾਣ ਪੀਣ ਨੂੰ ਦੇਣ ਦੋ, ਉਹ ਮੈਨੂੰ ਕੋਲ ਸੀ। ਵਾਹਿਗੁਰੂ। ਮੈਂ ਕੋਈ ਵੀ ਜਿਹਨੂੰ ਨਾ ਕਰ ਦਿੱਤੀ ਨਾ ਵੀ ਅੱਜ ਮੇਰੇ ਕੋਲ ਨਹੀਂ ਹੈ, ਤੂੰ ਕੋਈ ਕਿਤੇ ਹੋਰ ਲੈ ਲੈ। तो वो नहीं मैंने कोट कर मेरे को ਲੈਣਾ ਫਰੀ ਲੈਣਾ, ਕਿਉਂਕਿ ਇਹ ਏਜੰਟ ਦਾ ਪਿਓ ਸੀਗਾ। ਫਿਰ ਏਜੰਟ ਦੇ ਪਿਓ ਹੋਣ ਦਾ ਇਹਨੂੰ ਖਮਿਆਜਾ ਭੁਗਤਣਾ ਪਿਆ। ਦੁਕਾਨ ਬੰਦ ਹੋ ਗਈ, ਘਰ ਦੇ ਦਰਵਾਜ਼ੇ ਬਾਰੀਆਂ ਤੱਕ ਲੋਕ ਪੱਟ ਕੇ ਲੈ ਗਏ, ਸਮਾਨ ਵੀ ਚੁੱਕ ਲਿਆ, ਸਮਾਨ ਵੀ ਸਾਰਾ ਘਰ ਦਾ ਲੋਕ ਚੱਕ ਕੇ ਲੈ ਗਏ। ਬਾਪੂ ਜੀ ਦੱਸਦੇ ਇੱਕ ਦਿਨ ਕਹਿੰਦੇ ਮੈਂ ਇੱਥੇ ਸੀ, ਮੇਰੀ ਬੇਟੀ ਤੇ ਜਵਾਈ ਮੇਰੇ ਕੋਲ ਆਏ ਸੀ, 5-7 ਬੰਦੇ ਆਏ, ਉਹਨਾਂ ਕੋਲੇ ਪਿਸਤੌਲ ਸੀ। ਉਹਨਾਂ ਨੇ ਆ ਕੇ ਸਾਨੂੰ ਘੇਰ ਲਿਆ, ਮੇਰੇ ਜਵਾਈ ਨੂੰ ਤੇ ਧੀ ਨੂੰ। ਉਹਨਾਂ ਨੇ ਕਿਹਾ ਵੀ ਜਾਂ ਤਾਂ ਸਾਡੇ ਪੈਸੇ ਮੋੜਦੇ, ਨਹੀਂ ਤਾਂ ਅਸੀਂ ਇਹਨਾਂ ਨੂੰ ਮਾਰ ਦਾਂਗੇ। ਤਾਂ ਬਾਪੂ ਕਹਿੰਦਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਸਾਤੋਂ ਪੁੱਛ ਕੇ ਥੋੜੀ ਨਾ ਤੂੰ ਪੈਸੇ ਦਿੱਤੇ ਸੀ ਉਹਨਾਂ ਨੂੰ। ਵੀ ਉਸ ਤੋਂ ਬਾਅਦ ਮੈਂ ਆਪਣੀਆਂ ਧੀਆਂ ਨੂੰ ਵੀ, ਜਵਾਈਆਂ ਨੂੰ ਵੀ ਕਹਿਤਾ ਵੀ ਤੁਸੀਂ ਇੱਥੇ ਨਾ ਆਓ ਸਾਡੇ ਕੋਲੇ, ਵੀ ਤੁਹਾਨੂੰ ਵੀ ਨਾ ਕੋਈ ਮਾਰ ਦੇਵੇ ਕਿਤੇ। ਤੇ ਬਾਪੂ ਨੇ ਫਿਰ ਉਹ ਸਮਾਂ ਜਿਹੜਾ ਕੱਢਿਆ, ਉਹ ਕਿੱਦਾਂ ਦਾ ਹੋਊਗਾ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ। ਫਿਰ ਬਾਪੂ ਜੀ ਇੱਥੇ ਆਸ਼ਰਮ ਦੇ ਵਿੱਚ ਜਾ ਕੇ, ਮੇਰਾ 12 ਸਾਲ ਅਪਾਹਜ ਆਸ਼ਰਮ ਚ ਲੱਗਾ ਜਲੰਧਰ। ਫਿਰ ਅਪਾਹਜ ਆਸ਼ਰਮ ਚ 12 ਸਾਲ ਰਹੇ ਬਾਪੂ। ਉੱਥੇ ਵੀ ਸੇਵਾ ਕਰਦੇ ਰਹੇ ਬਾਪੂ ਜੀ। ਹੁਣ ਪਿਛਲੇ ਕਿੰਨੇ ਦਿਨ ਸਾਲ ਤੋਂ ਇੱਥੇ ਤੁਸੀਂ ਬਾਪੂ ਜੀ? ਹੁਣ ਦੁਬਾਰਾ ਵਾਪਸ ਆਸ਼ਰਮ ਤੋਂ ਕਦੋਂ ਆਏ ਸੀ? ਮੈਂ 2018 ਚ। ਫਿਰ ਇਹਨਾਂ ਨੇ ਆਸ਼ਰਮ ਛੱਡਤਾ ਕਿਸੇ ਵਜ੍ਹਾ ਦੇ ਕਾਰਨ, ਤੇ ਹੁਣ ਇਹ ਇੱਥੇ ਘਰ 'ਚ ਰਹਿੰਦੇ ਨੇ। ਉਮਰ ਜ਼ਿਆਦਾ ਹੋ ਚੁੱਕੀ ਆ, ਰਿਸ਼ਤੇਦਾਰ ਕੋਈ ਹੈ ਨਹੀਂ ਅੱਗੇ ਪਿੱਛੇ ਆਉਣ ਵਾਲਾ। ਪਿੰਡ ਦੇ ਲੋਕ ਵੀ ਬਾਪੂ ਜੀ ਦੱਸਦੇ ਨੇ ਵੀ ਆ ਬਾਈ ਜੀ ਹੁਣੀ ਸਾਥ ਦੇ ਦਿੰਦੇ, ਕੋਈ ਪ੍ਰਸ਼ਾਦਾ ਛਕਾਉਣ ਦਾ, ਪਰ ਮਦਦ ਕਰਨ ਵਾਲਾ ਕੋਈ ਨਹੀਂ। ਕੋਈ ਬਾਹ ਫੜ ਕੇ ਆ ਕੇ ਗੱਲ ਕਰਨ ਵਾਲਾ, ਜਾਂ ਜੋਗਰਾਜ ਦੇ ਘਰ ਦੇ ਵਿੱਚ ਆ ਕੇ ਕੋਈ ਲਾਈਟ ਬੱਤੀ ਲਾ ਦੇਵੇ, ਜਾਂ ਕੋਈ ਮਾੜਾ ਮੋਟਾ ਮਦਦ ਕਰਕੇ ਇਹਨੂੰ ਗੈਸ ਚੁੱਲ੍ਹਾ ਲੈ ਦੇਵੇ ਜਾਂ ਕੁਝ ਹੋਰ ਲੈ ਦੇਵੇ, ਇਦਾਂ ਦਾ ਕੋਈ ਬੰਦਾ ਨਹੀਂ। ਕਰੋਨਾ ਦੇ ਦੌਰਾਨ ਬਾਪੂ ਦੱਸਦਾ ਵੀ ਲੋਕ ਮੇਰੇ ਤੋਂ ਡਰ ਕੇ ਭੱਜ ਜਾਂਦੇ ਸੀ, ਵੀ ਕਿਤੇ ਸਾਨੂੰ ਚੁੰਬੜ ਨਾ ਜਾਵੇ, ਵੀ ਕਿਤੇ ਸਾਨੂੰ ਆ ਕੇ ਜੱਫੀ ਨਾ ਪਾ ਲਵੇ, ਵੀ ਇਹਨੂੰ ਕਰੋਨਾ ਹੋਇਆ। ਕਰੋਨਾ ਦੇ ਦੌਰਾਨ ਬਾਪੂ ਜੀ ਦੇ ਫਿਰ ਹਾਲਾਤ ਆ ਜਿਹੜੇ ਹੋਰ ਵੱਧ ਤੋਂ ਬੱਤਰ ਹੁੰਦੇ ਗਏ, ਵਿਗੜਦੇ ਅੱਜ ਇੱਥੇ ਤੱਕ ਪਹੁੰਚ ਗਏ ਆ ਵੀ ਅੱਜ ਬਾਪੂ ਜੀ ਦੇ ਆਹ ਹਾਲਾਤ ਹੋ ਗਏ ਨੇ।
ਬਾਪੂ ਜੀ ਦੇ ਮੰਜੇ ਦੇ ਕੋਲੇ ਆ ਜਿਹੜੀ ਕੁਰਸੀ ਪਈ ਆ, ਇਹ ਕੁਰਸੀ ਦੇ ਉੱਤੇ ਲਿਫਾਫੇ ਆ ਜੀ ਜਿਹੜੇ ਭਰੇ ਪਏ ਆ ਦਵਾਈਆਂ ਦੇ, ਬ੍ਰੈਡਾਂ ਦੇ, ਜਿਵੇਂ ਜਿਵੇਂ ਬਾਪੂ ਜੀ ਕੋਲੇ ਸਮਾਨ ਆਈ ਜਾਂਦਾ। ਦੇਖੋ ਆ ਸ਼ੀਸ਼ੀਆਂ ਖੰਘ ਵਾਲੀਆਂ, ਬਾਪੂ ਜੀ ਕਿੰਨੀਆਂ ਸ਼ੀਸ਼ੀਆਂ ਜਿਹੜੀਆਂ ਹਨਾ, ਕਿਉਂਕਿ ਬਜ਼ੁਰਗ ਆ, ਉਮਰ ਜ਼ਿਆਦਾ ਵਾ ਤੇ ਇਸ ਉਮਰ ਦੇ ਵਿੱਚ ਤਾਂ ਵੈਸੇ ਹੀ ਅੱਧਾ ਸਰੀਰ ਦਵਾਈਆਂ ਤੇ ਚੱਲਦਾ। ਆ ਲਿਫਾਫੇ ਆ ਖਾਲੀ, ਜਿਹਦੇ ਵਿੱਚ ਬਾਪੂ ਜੀ ਹਰ ਰੋਜ਼ ਰੋਟੀ ਲੈ ਕੇ ਆਉਂਦੇ ਨੇ ਰੇਹੜੀ ਤੋਂ ਹਨਾ। ਯਾਨੀ ਕਿ ਆ ਹਾਲਾਤ ਦੇ ਵਿੱਚ ਇੱਥੇ ਬਜ਼ੁਰਗ ਜ਼ਿੰਦਗੀ ਕੱਟ ਰਿਹਾ। ਪੁੱਤ ਆ ਜਿਹੜਾ ਪ੍ਰਾਪਰਟੀ ਦਾ ਕੰਮ ਕਰਦਾ, ਕਿਤੇ ਐਸ਼ ਭਰੀ ਜ਼ਿੰਦਗੀ ਜਿਉ ਰਿਹਾ ਨੋਇਡਾ ਵਰਗੇ ਮਹਿੰਗੇ ਸ਼ਹਿਰ। ਮੈਂ ਚੱਕ ਦਿੰਦਾ ਬਾਪੂ ਕੋਈ ਮਹਿੰਗੇ ਸ਼ਹਿਰ ਦੇ ਵਿੱਚ। ਤੇ ਉਹਨਾਂ ਨੇ ਕਿਸੇ ਨੇ ਵੀ ਆ ਕੇ ਬਾਪੂ ਦੀ ਸਾਰ ਲੈਣੀ ਹੈ ਜਿਹੜੀ, ਉਹ ਚੰਗਾ ਨਹੀਂ ਸਮਝਿਆ ਵੀ ਬਾਪੂ ਦੀ ਸਾਰ ਲਈ ਜਾਵੇ। ਪਰ ਬਾਪੂ ਅੱਜ ਵੀ ਆਪਣੇ ਪੁੱਤ ਤੇ ਆਪਣੀ ਪੋਤੀਆਂ, 2 ਪੋਤੀਆਂ ਬਾਪੂ, ਬਾਪੂ ਯਾਦ ਤਾਂ ਆਉਂਦੀ ਹੋਊ ਉਹਨਾਂ ਦੀ। ਮੈਨੂੰ ਯਾਦ ਨਹੀਂ ਕਾ ਕੀ ਸਕਦਾ ਮੈਂ ਬੇ ਆਤਰਾ ਦੇ ਸਾਰਾ। ਅੱਜ ਉਹ ਵੀਡੀਓ ਨੂੰ ਤੁਹਾਡੀ ਨੂੰ ਇਹ ਦੇਖ ਰਿਹਾ ਬਾਪੂ, ਤੁਹਾਡਾ ਪੁੱਤ, ਤੇ ਅਸੀਂ ਬੇਨਤੀ ਕਰਦੇ ਹਾਂ ਭੈਣਾਂ ਤੇ ਭਰਾਵਾਂ ਨੂੰ ਹੱਥ ਜੋੜ ਕੇ, ਭਰਾਵੋ ਭੈਣਾਂ ਨੂੰ, ਭੈਣੋ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਬਾਪੂ ਦਾ ਪੁੱਤ ਆ ਜਿਹੜਾ ਉਹ ਇਸ ਵੀਡੀਓ ਉਹਦੇ ਤੱਕ ਇਹ ਵੀਡੀਓ ਪਹੁੰਚ ਜਾਵੇ ਤੇ ਬਾਪੂ ਦਾ ਸੁਨੇਹਾ ਪਹੁੰਚ ਜਾਵੇ। ਬਾਪੂ ਕਹਿੰਦਾ ਮੇਰਾ ਜਿਹੜਾ ਜ਼ਿੰਦਗੀ ਦਾ ਆਖਰੀ ਸਫ਼ਰ ਆ, ਮੈਂ ਆਪਦੇ ਪੁੱਤ ਦੇ, ਆਪਦੇ ਪੋਤੀਆਂ ਦੇ, ਉਹਨਾਂ ਦੇ ਸਾਹਮਣੇ, ਉਹਨਾਂ ਦੇ ਹੱਥਾਂ ਦੇ ਵਿੱਚ ਕੱਢਣਾ ਚਾਹੁੰਦਾ। ਬਾਪੂ ਕੀ ਨਾਮ ਬੇਟੇ ਦਾ? ਮਨੀਸ਼ ਕੁਮਾਰ ਸ਼ਰਮਾ। ਮਨੀਸ਼ ਕੁਮਾਰ ਸੋਮਾ ਸ਼ਰਮਾ, ਮਨੀਸ਼ ਕੁਮਾਰ ਸ਼ਰਮਾ। ਬਾਪੂ ਜੀ ਤੁਸੀਂ ਕਰੋ ਬੇਨਤੀ ਪੁੱਤ ਨੂੰ, ਤੁਹਾਡੇ ਨੂੰ ਦੇਖ ਰਿਹਾ, ਉਹਨੂੰ ਕਹੋ ਇੱਕ ਵਾਰ ਵੀ ਮੈਨੂੰ ਮਿਲ, ਮੈਨੂੰ ਲੈ ਕੇ ਜਾ। ਮੈਂ ਬੱਚਾ ਮਨੀਸ਼ ਕੁਮਾਰ ਜੀ, ਤੁਸੀਂ ਨਿਰਕਾਰੀ ਆਪਣੇ ਕੋਲ ਲੈ ਜਾਓ ਤੇ ਫਿਰ ਜਿੱਦਾਂ ਉਸ ਤੋਂ ਬਾਅਦ ਮੇਰੀ ਜਾਨ ਆਰਾਮ ਬੰਦ ਕਰਦਾ। मैं माफी मांगता है, को गलती है माफ कर। कृपया जी मैं आके ले जाऊंगा, तो आए नहीं कसूर तो अलादा तुझे मैंने मुद्दा काम का नाराज दिया। हाँ कृपया जी अभी आके ले जाएंगे, मैं आए नहीं बोलते। ਬਾਪੂ ਦੀਆਂ ਅੱਖਾਂ ਦੇ ਹੰਝੂ ਆਪਦੇ ਪੁੱਤ ਲਈ। ਬਾਪੂ ਪੋਤੀਆਂ ਤਾਂ ਕਿੱਡੀਆਂ ਕਿੱਡੀਆਂ ਹੋ ਗਈਆਂ ਨੇ, ਉਹਨਾਂ ਦਾ ਵੀ ਕੋਈ ਪਤਾ ਨਹੀਂ। 2002 ਤੋਂ ਬਾਅਦ ਕਦੇ ਨਹੀਂ ਮਿਲੇ? ਮੈਨੂੰ ਕੀ ਪਤਾ ਕਦ ਉਹਨਾਂ ਦਾ ਛੋੜਾ ਹੈ ਵੱਡਾ ਹੈ, ਕੋਈ ਪਤਾ ਹੈ ਕੋਈ ਪਤਾ ਨਹੀਂ ਆਈਡੀਆ ਨਹੀਂ। ਮਿਲਣ ਦੀ ਚਾਹਨਾ ਹੈ। ਆਖਰੀ ਸਫ਼ਰ ਬਾਪੂ, ਜੇ ਮੰਨ ਲਓ ਹੁਣ ਜਿਵੇਂ ਇੱਥੇ ਕਮਰੇ 'ਚ ਪਏ ਆ, ਇੱਥੇ ਤੁਹਾਨੂੰ ਕੁਝ ਹੋ ਜਾਵੇ ਜਾਂ ਕੁਝ ਪਤਾ ਨਹੀਂ ਲੱਗਦਾ। मैं वो मेरे जो कुटी पकड़ जो गुरु नानक साहब भी मिल गया, वो कहते तू कल्ले मरना तेन कुछ नहीं नहीं बापू ਅਸੀਂ ਆ ਗਏ ਤੇਰੇ ਪੁੱਤ, ਸਾਨੂੰ ਪ੍ਰਮਾਤਮਾ ਨੇ ਭੇਜਿਆ, ਵਾਹਿਗੁਰੂ ਨੇ ਭੇਜਿਆ, ਅਸੀਂ ਤੇਰੇ ਪੁੱਤ ਆ ਬਾਪੂ। ਅੱਜ ਤੋਂ ਬਾਅਦ ਤੇਰੀ ਅਸੀਂ ਸੇਵਾ ਕਰਾਂਗੇ, ਤੇਰੇ ਅਸੀਂ ਮਨੀਸ਼ ਹੀ ਆ ਬਾਪੂ। ਤੇ ਅਸੀਂ ਬਾਈ ਅਰਦਾਸ ਕਰਦੇ ਆ ਵਾਹਿਗੁਰੂ ਅੱਗੇ ਵੀ, ਤੁਸੀਂ ਵੀ ਕਰੋ, ਸਾਰੇ ਜਾਣੇ ਵੀਡੀਓ ਨੂੰ ਵੀ ਸ਼ੇਅਰ ਕਰੋ ਵੱਧ ਤੋਂ ਵੱਧ, ਤਾਂ ਜੋ ਆਪਾਂ ਮਨੀਸ਼ ਕੁਮਾਰ ਤੱਕ ਇਸ ਵੀਡੀਓ ਨੂੰ ਪਹੁੰਚਾਈਏ। ਇਸ ਬਜ਼ੁਰਗ ਦੀ ਜਿਹੜੀ ਇਹ ਅੱਖਾਂ ਦੇ ਹੰਝੂ ਆ, ਇਹਦੇ ਪੁੱਤ ਤੱਕ ਪਹੁੰਚ ਸਕਣ, ਉਹਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਜੇ ਮਾੜੀ ਜਿਹੀ ਵੀ ਜਗ੍ਹਾ ਆਪਣੇ ਬਾਪ ਲਈ ਹੈਗੀ ਆ। ਧੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ, ਜੇ ਉਹਨਾਂ ਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਇਸ ਬਜ਼ੁਰਗ ਬਾਪ ਲਈ, ਆਪਣੇ ਲਈ ਥੋੜਾ ਜਿੰਨਾ ਵੀ ਪਿਆਰ ਹੈਗਾ ਤਾਂ ਜ਼ਰੂਰ ਆ ਕੇ ਮਿਲੋ। ਇਸ ਟਾਈਮ ਤੁਹਾਡਾ ਬਜ਼ੁਰਗ, ਤੁਹਾਡਾ ਬਾਪੂ ਤੁਹਾਨੂੰ ਯਾਦ ਕਰਦਾ। ਇਸ ਟਾਈਮ ਹਾਲਾਤ ਬਹੁਤ ਮਾੜੇ ਆ, ਚੰਗੇ ਨਹੀਂ ਹੈਗੇ। ਅਸੀਂ ਜ਼ਖਮ ਆ ਜਿਹੜਾ ਇੱਥੇ ਹੋਇਆ ਬਾਪੂ ਦਾ ਦਿਖਾ ਨਹੀਂ ਸਕਦੇ, ਕਿਉਂਕਿ ਨਹੀਂ ਤਾਂ ਫੇਸਬੁੱਕ ਵਾਲਿਆਂ ਨੇ ਵੀਡੀਓ ਆ ਜਿਹੜੀ ਹਿਡਨ ਕਰ ਦੇਣੀ ਆ। ਪਰ ਬਜ਼ੁਰਗ ਇਸ ਟਾਈਮ ਮਾੜੇ ਹਾਲਾਤਾਂ 'ਚ ਨਿਕਲ ਰਿਹਾ। ਬਾਕੀ ਤੁਹਾਨੂੰ ਦੱਸਣਗੇ ਸਾਨੂੰ ਜਿਹੜੇ ਪਿੰਡ ਦੇ ਮੋਹਤਬਾਰ ਬੰਦੇ ਨੇ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿਹੜੇ ਹਾਲਾਤਾਂ 'ਚ ਬਜ਼ੁਰਗ ਇੱਥੇ ਜ਼ਿੰਦਗੀ ਜਿਉਂ ਰਹੇ ਨੇ। ਦੱਸੋ ਜੀ, ਕੌਣ ਦੱਸ? ਹਾਂਜੀ, ਪਹਿਲਾਂ ਤਾਂ ਇਹ ਜਦੋਂ ਨੌਕਰੀ ਕਰਨ ਤੋਂ ਬਾਅਦ ਦੁਕਾਨ ਕੀਤੀ, ਦੁਕਾਨ ਤੋਂ ਬਾਅਦ ਉਹ ਮੁੰਡਾ ਚਲੇ ਗਿਆ, ਫਿਰ ਇਹ ਆਸ਼ਰਮ ਚਲਾ ਗਿਆ। ਹੁਣ ਇਹਨਾਂ 2 ਸਾਲ ਹੋ ਗਏ ਇੱਥੇ ਆਇਆ ਨੂੰ। ਸਾਲ ਕੁ ਤਾਂ ਇਹਨਾਂ ਨੇ ਪਹਿਲਾਂ ਆਪਣਾ ਕੰਮਕਾਰ ਕੀਤਾ, ਮਸ਼ੀਨ ਰੱਖੀ ਸੀ, ਭਾਰਤ ਦੇ ਨਾਲ ਹੀ ਗੋਲੀਆਂ ਗਾਲੀਆਂ ਲੈ ਕੇ ਇੱਥੇ ਛੋਣੀ ਚੱਲੀ ਤੇ ਉੱਥੇ 10 ਰੁਪਏ 50 ਰੁਪਏ ਉਹ ਬਣਨੇ ਆ, ਉੱਥੇ ਆਪਣਾ ਖਾ ਪੀ ਕੇ ਤਾਂ ਆ ਜਾਣਾ। ਤੇ 1.5 ਸਾਲ ਤੋਂ ਤਾਂ ਰੋਟੀ ਮੇਰੇ ਕੋਲ ਹੀ ਖਾਂਦਾ ਹੈਗਾ। ਟਕਾਲਾ ਸਵੇਰ ਦੀ ਰੋਟੀ ਇਹਨਾਂ ਨੂੰ ਦਿੰਦੇ ਬਣਾ ਕੇ, ਇਹ ਘਰੋਂ ਲੈ ਆਉਂਦੇ ਤੇ ਖਾਂਦੇ ਇੱਥੇ ਆ ਗਏ। ਅੱਗੇ ਪਹਿਲਾਂ ਪਿਛਲੇ ਸਾਲ ਤਾਂ ਇੱਕ ਸਾਲ ਮੇਰੇ ਕੋਲ ਘਰੇ ਹੀ ਰੋਟੀ ਖਾਂਦੇ ਰਹੇ ਆ, ਸਵੇਰ ਨੂੰ ਜਾਣਾ ਖਾ ਕੇ ਆ ਜਾਣਾ, ਦੁਪਹਿਰ ਸ਼ਾਮ ਨੂੰ ਹੁਣ ਖਾ ਕੇ ਆਣਾ। ਨੰਬਰਦਾਰ ਸਾਹਿਬ, ਜਦੋਂ ਉਹਨਾਂ ਦਾ ਬੇਟਾ ਗਿਆ ਭੱਜਿਆ, ਜਿਹੜਾ ਰੌਲਾ ਪਿਆ ਸਾਰਾ, ਉਹ ਉਸ ਟਾਈਮ ਤੁਸੀਂ ਦੇਖੇ ਹਾਲਾਤ ਵੀ? ਹਾਂਜੀ ਹਾਂਜੀ, ਉਸ ਟਾਈਮ ਦਾ ਜਾਣੀ ਕਿ ਹਾਲਾਤ ਉਹ ਵੀ ਚਲੇ ਗਏ ਬਾਹਲਾ। ਵੀ ਮੈਂ ਉੱਦਾਂ ਸਾਡਾ ਪਹਿਲਾਂ ਛੋਟੇ ਹੁੰਦੇ ਦਾ ਆਉਣ ਜਾਣ ਬਹੁਤ ਸੀਗਾ ਇਹਨਾਂ ਦੀ ਮਾਤਾ ਦੇ ਨਾਲ, ਸਾਡੀ ਮਾਤਾ ਦਾ, ਤੇ ਆਉਂਦੇ ਜਾਂਦੇ ਬਹੁਤ ਸੀਗੇ ਅਸੀਂ। ਤੇ ਇਹਨਾਂ ਸਿਸਟਰ ਸੀ, ਉਹ ਮੇਰੀ ਸਿਸਟਰ ਦੀ ਸਹੇਲੀ ਸੀਗੀ, ਤੇ ਇਕੱਠੇ ਸਾਡੇ ਉੱਥੇ ਜਿੱਥੇ ਆਪਾਂ ਗੱਡੀਆਂ ਖੜੀਆਂ ਉਦੋਂ ਪੇਪਰ ਹੁੰਦਾ ਸੀ, ਉੱਥੇ ਬਹਿੰਦੇ ਹੁੰਦੇ ਸਾਰੇ ਜਾ ਕੇ।
ਤੇ ਜਾਨੀ ਕਿ ਉਹ ਜਦੋਂ ਭੱਜਿਆ ਇੱਥੋਂ, ਜਦੋਂ ਇਹ ਰੌਲਾ ਪਿਆ ਸਾਰਾ, ਉਦੋਂ ਫਿਰ ਇਹ ਬਾਪੂ ਦੁਕਾਨ ਕਰਦੇ ਸੀ। ਦੁਕਾਨ ਉੱਥੇ ਰਹਿੰਦਾ ਸੀ, ਦੁਕਾਨ ਉਦੋਂ ਬੰਦ ਹੋ ਗਈ ਸੀ। ਅੱਛਾ ਜੀ। ਹਾਂਜੀ। ਫਿਰ ਉਹ ਦੁਕਾਨ ਵੀ ਲੋਕਾਂ ਨੇ ਦੱਬ ਲਈ। ਦੁਕਾਨ ਵੀ ਜਿਹੜੀ ਸੀਗੀ ਉਹ ਲੋਕਾਂ ਨੇ ਉਹ ਜਿਹੜੇ ਕੋਈ ਇਹਦੇ ਕਰਤਾਰਪੁਰ ਦੇ ਸੀਗੇ, ਮੇਰੇ ਵੱਖ ਵੀ ਸੀਗੇ ਬੰਦੇ, ਉਹ ਮੈਨੂੰ ਬਾਅਦ ਚ ਪਤਾ ਲੱਗਾ ਵੀ ਉਹ ਆਏ ਆ, ਉਹ ਆਏ ਤੇ ਉਹ ਫਿਰ ਦੁਕਾਨ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਪੈਸੇ ਲੈਣੇ ਸੀ ਇਹਨਾਂ ਦੇ ਬੇਟੇ ਤੋਂ। ਬੇਟੇ ਦੇ ਪੈਸੇ ਲੈਣੇ ਉਹ ਤਾਂ ਕਬਜ਼ਾ ਉਹਨਾਂ ਨੇ ਕੀਤਾ, ਉਹ ਪੈਸਿਆਂ ਦੇ ਵੱਟੇ ਉਹ ਦੁਕਾਨ ਲਿਖ ਕੇ ਦੇ ਗਿਆ। ਇਸ ਮੁੰਡਾ ਲੈ ਕੇ ਦੇ ਗਿਆ ਜੀ। ਮੁੰਡਾ ਲਿਖ ਕੇ ਦੇ ਗਿਆ। ਹਾਂਜੀ। ਉਹ ਦੁਕਾਨ ਜਿਹੜੀ ਨਾ ਇਹਨਾਂ ਦਾ ਰੇਟਰੀ ਸੀਗੀ, ਉਹ ਰੇਟਰੀ ਕਿਸੇ ਨਾਂ ਦੀ ਸੀਗੀ, ਉਹ ਜਿਹਦੇ ਕੋਲ ਲਈ ਸੀ ਇਹਨਾਂ ਨੇ, ਤੇ ਉਹਦੇ ਨਾਲ ਸੀ ਰੇਟਰੀ, ਉਹ ਸਰਕਾਰੀ ਬੁਲਾ ਰਿਹਾ। ਓਕੇ। ਕਬਜ਼ਾ ਹੀ ਵੇਚ ਕਬਜ਼ਾ ਸੀਗਾ, ਵੇਚ ਗਿਆ ਉਹ ਜਿਹਨਾਂ ਨੇ ਲਈ ਸੀ, ਉਹਨੇ ਵੀ ਗਾਂ ਤੀਜੇ ਥਾਂ ਵੇਚ ਦਿੱਤੀ ਉੱਥੇ ਉਹ। ਤੇ ਦੇਖੋ ਜੀ, ਬਜ਼ੁਰਗ ਨੇ ਸਾਰੀ ਉਮਰ ਕਿਰਤ ਕੀਤੀ ਹੈ ਨਾ, ਨੌਕਰੀਆਂ ਕੀਤੀਆਂ, ਬੱਚਿਆਂ ਨੂੰ ਪਾਲ ਲਿਆ, 28 ਸਾਲ ਦੁਕਾਨ ਕੀਤੀ। ਉਹ ਵੀ ਬਾਪੂ ਦੱਸਦਾ ਦੁਕਾਨ ਵੀ ਐ ਕੀਤੀ ਜਿਵੇਂ ਬਾਬੇ ਨਾਨਕ ਦੀਆਂ 13 ਤੋਲਦੇ ਹੁੰਦੇ ਆ, ਵੀ ਆਸ-ਪਾਸ ਦੇ ਲੋਕ ਵੀ ਇਹ ਗੱਲ ਕਹਿੰਦੇ ਸੀ ਵੀ ਤੂੰ ਸਾਡੇ ਬੱਚਿਆਂ ਨੂੰ ਤੂੰ ਪਾਲਦਾ ਵਾ ਬਾਬੇ। ਉਸ ਟਾਈਮ ਬਾਪੂ ਦਾ ਆਧਾਰ ਚੱਲਦਾ ਸੀ, ਕੋਈ ਨੂਣ ਲੈ ਗਿਆ, ਕੋਈ ਤੇਲ ਲੈ ਗਿਆ, ਕੋਈ ਖੰਡ ਲੈ ਗਿਆ, ਕੋਈ ਉਦੋਂ ਸਮਾਂ ਹੀ ਇਦਾਂ ਦਾ ਸੀ, ਵੈਸੇ ਵਿਸ਼ਵਾਸ ਤੇ ਚੱਲਦਾ ਸੀ ਸਾਰਾ ਕੁਝ ਨਾ। ਜਦੋਂ ਕਿਸੇ ਕੋਲ ਦਿਹਾੜੀ ਲਾ ਕੇ ਆ ਜਾਂਦੇ ਸੀ ਤਾਂ ਦੇ ਵੀ ਜਾਂਦੇ ਸੀ ਲੋਕ। ਪਰ ਜਦੋਂ ਸਮਾਂ ਬਾਪੂ ਤੇ ਮਾੜਾ ਆਇਆ ਤਾਂ ਉਹ ਕਿਸੇ ਨੇ ਆ ਕੇ ਬਾਪੂ ਦੀ ਬਾਹ ਨਹੀਂ ਫੜੀ ਆ। ਨੰਬਰਦਾਰ ਸਾਹਿਬ ਦੇ ਪਰਿਵਾਰ ਤੋਂ ਬਿਨਾਂ, ਭਈਆ ਸਾਹਿਬ ਦੇ ਪਰਿਵਾਰ ਤੋਂ ਬਿਨਾਂ ਕੋਈ ਬੰਦਾ ਆ ਕੇ ਖੜਿਆ ਨਹੀਂਗਾ। ਇਹ ਹਾਲਾਤ ਅੱਜ ਸਾਡੇ ਸਮਾਜ ਦੇ। ਪੰਡਤ ਜੀ ਨੇ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਪੰਡਤ ਜੀ, ਇੱਕ ਅਹੁਦਾ ਆਪਦੇ ਆਪ ਦੇ ਵਿੱਚ ਹੀ ਸਾਡੇ ਪੰਜਾਬ ਦੇ, ਪੁਰਾਣੇ ਪੰਜਾਬ ਦੀ ਜੇ ਗੱਲ ਕਰੀਏ, ਹਰੇਕ ਪਿੰਡ ਪਰਿਵਾਰ ਦੇ ਵਿੱਚ, ਹਰੇਕ ਪਿੰਡਾਂ ਦੇ ਵਿੱਚ ਇਦਾਂ ਦੇ ਬਜ਼ੁਰਗ ਪੰਡਤ ਜੀ ਪਰਿਵਾਰ ਰਹਿੰਦੇ ਸੀ ਜਿਨ੍ਹਾਂ ਦਾ ਭਾਈਚਾਰਕ ਸਾਂਝ ਆ ਜਿਹੜੀ, ਉਹ ਜਾਣੀ ਕਿ ਇੰਨੀ ਜ਼ਿਆਦਾ ਗੂੜੀ ਤੇ ਇੰਨੀ ਜ਼ਿਆਦਾ ਸੁੱਚੀ ਸੀਗੀ, ਤੇ ਅੱਜ ਉਹ ਵੀ ਟੁੱਟਦੀ ਜਾ ਰਹੀ ਹੈ ਅੱਜ ਦੇ ਸਮਾਜ ਦੇ ਵਿੱਚ। ਅਸੀਂ ਅੱਜ ਚੰਦ ਤੇ ਪਹੁੰਚ ਗਏ ਹਾਂ, ਅਸੀਂ ਮੰਗਲ ਤੇ ਪਹੁੰਚ ਗਏ ਹਾਂ ਅਸੀਂ, ਪਰ ਸਾਡੀਆਂ ਜੜ੍ਹਾਂ ਜਿਹੜੀਆਂ ਥੱਲਿਓਂ ਕਿਤੇ ਨਾ ਕਿਤੇ ਖੋਖਲੀਆਂ ਹੋ ਚੱਲੀਆਂ, ਸਾਡੇ ਜ਼ਮੀਨ ਤੋਂ ਪੈਰ ਉੱਪਰ ਹੋ ਗਿਆ। ਇਸ ਕਰਕੇ ਸਾਨੂੰ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਸਾਡੇ ਬਜ਼ੁਰਗਾਂ ਨੂੰ ਰਹਿਣਾ ਪੈਂਦਾ। ਇੰਨੀ ਮਿਹਨਤ ਕਰਨ ਵਾਲਾ ਬਜ਼ੁਰਗ, ਸਾਰੀ ਉਮਰ ਆਪਣੇ ਬੱਚਿਆਂ ਨੂੰ ਪਾਲ ਕੇ ਪੜ੍ਹਾ ਕੇ ਕਾਮਯਾਬ ਕਰਨ ਵਾਲਾ ਬਜ਼ੁਰਗ, ਅੱਜ ਉਸੇ ਪੁੱਤ ਦੀ ਇੱਕ ਨਲੇਕੀ ਦੇ ਕਾਰਨ ਉਹਦਾ ਖਮਿਆਜਾ ਭੁਗਤ ਰਿਹਾ। ਉਹ ਤਾਂ ਪੈਸੇ ਲੈ ਕੇ ਲੋਕਾਂ ਦੇ ਭੱਜ ਗਿਆ, ਉਹਨੇ ਮੂੰਹ ਨਹੀਂ ਦਿਖਾਇਆ। ਸਮੇਂ ਦੇ ਨਾਲ ਆਇਆ, ਆਪਣੀ ਮੰਮੀ ਮਾਂ ਨੂੰ ਵੀ ਲੈ ਕੇ ਜਦੋਂ ਬਾਪੂ ਜੀ ਜਦੋਂ ਭੱਜਿਆ, ਫਿਰ ਤੁਹਾਡੇ ਘਰ ਵਾਲੇ ਵੀ ਨਾਲ ਹੀ ਚਲੇ ਗਏ ਸੀ? ਉਹ ਬਾਅਦ ਚ ਗਈ ਆ ਉਹ। ਉਹਨਾਂ ਨੇ ਤੁਹਾਨੂੰ ਨਹੀਂ ਕਿਹਾ ਵੀ ਤੁਸੀਂ ਵੀ ਚੱਲੋ ਨਾਲ? ਮੈਂ ਕਿਹਾ ਸੀਗਾ ਮੈਨੂੰ ਲੈ ਜਾਓ, ਉਹਨਾਂ ਨੂੰ ਕਹਿੰਦੇ ਤੈਨੂੰ ਬਾਅਦ ਚ ਆ ਕੇ ਲੈ ਜਾਵਾਂਗੇ, ਅਸੀਂ ਆਪਣੇ ਪਹਿਲਾਂ ਸੈੱਟ ਕਰ ਲਈਏ ਉੱਥੇ। ਠੀਕ ਹੈ ਜੀ। ਇਹ 2002 ਦੀ ਗੱਲ ਆ। ਅੱਛਾ, ਫਿਰ ਉਦੋਂ ਮੁੜ ਕੇ ਆਈ ਨਹੀਂ? ਨਾ ਕੋਈ ਬੰਦੇ ਕਹਿੰਦੇ ਆ ਮੈਂ ਸਿਆਸਨ ਤੇ ਸੀ, ਉਹਨੂੰ ਕਿਹਾ ਕਿਸੇ ਨੂੰ ਮਿਲਣ ਮੁਲ ਲਾਈ ਹੈ, ਦੇਖ ਕੇ ਚਲੇ ਗਈ ਜੀ। ਪਰ ਤੁਹਾਨੂੰ ਮਿਲੇ ਨਹੀਂ? ਮੈਂ ਇੱਥੇ ਆਇਆ ਸੀ, ਫਿਰ ਮੈਂ ਵਾਪਸ ਜਲਦੀ ਵਾਪਸ ਮੋੜਨਾ, ਜੇ ਮੇਰਾ ਸਮਾਨ ਅੰਦਰ ਰਹਿੰਦਾ ਦਰਵਾਜ਼ੇ ਦੂਜੇ ਲੋਕ ਨਾ ਪੜੋ ਜੀ। ਸਮਾਨ ਨਾ ਹੋਣ ਕਰਕੇ ਮੈਂ ਕਹਿੰਦੀ ਇੱਥੇ ਆ ਕੇ ਕੀ ਕਰਾਂਗਾ। ਤੁਸੀਂ ਫਿਰ ਆਸ਼ਰਮ ਚ ਰਹੀ ਗਏ? ਮੈਂ ਕਿ ਲੋਕਾਂ ਤੋਂ 12 ਸਾਲ ਲੋਕਾਂ ਤੋਂ ਡਰਦੇ ਹੀ ਆਸ਼ਰਮ ਚ ਗਏ ਸੀ ਤੁਸੀਂ? ਮੈਨੂੰ ਜਾਨ ਤੋਂ ਮਾਰ ਸਕਦੇ ਨਹੀਂ, ਆਸ਼ਰਮ ਜਾਣ ਤੋਂ ਪਹਿਲਾਂ ਲੋਕ ਤੁਹਾਨੂੰ ਕੁੱਟਦੇ ਮਾਰਦੇ ਵੀ ਸੀ? ਕੋਈ ਬੰਦੇ ਤੋਂ ਮਾਮਾ ਆਦੇ ਸੀ ਕੋਈ ਪੈਂਟ ਨਾ ਕਿਤੇ ਜਾਣੇ ਨਾ ਤੋੜੇ ਜਾਣਾ है को किसी ने कुछ नहीं कहा, मेरे बजा तो मामा आदमी ਡਲੇ ਮਾਰਦੇ। ਤੇ ਜਿਹੜੇ ਬੰਦਿਆਂ ਨੇ ਪੈਸੇ ਲੈਣੇ ਸੀ ਤੁਹਾਡੇ ਬੇਟੇ ਤੋਂ, ਉਹ ਵੀ ਤੁਹਾਨੂੰ ਤੰਗ ਕਰਦੇ ਸੀ? ਜਿਨ੍ਹਾਂ ਦੇ ਪੈਸੇ ਲੈ ਕੇ ਭੱਜਿਆ ਸੀ ਮਨੀਸ਼, ਉਹ ਵੀ ਤੰਗ ਕਰਦੇ ਸੀ? ਮੈਨੂੰ ਪੋਸਟ ਪੈਸੇ ਲਿਆ ਕੇ ਦੋ ਕੋਈ ਚੱਲੇ, ਮੈਂ ਬਤਾ ਕੋਈ ਮੈਨੂੰ ਨਹੀਂ ਪਤਾ ਜੇ ਕੀ ਆਇਆ ਕੋ ਫਾਇਦਾ ਮੈਨੂੰ ਮੈਂ ਕੀ ਕਰ ਸਕਦਾ। ਬਾਪੂ ਅਫਸੋਸ ਤਾਂ ਹੈ ਵੀ ਇਕਲੌਤਾ ਪੁੱਤ ਸੀ, ਪਾਲਿਆ ਪੜਾਇਆ ਸਾਰਾ ਕੁਝ ਕੀਤਾ, ਅੱਜ ਕੋਈ ਨਹੀਂ ਸਾਰਾ ਕੁਝ ਉਜਾੜ ਗਿਆ। ਕੋਈ ਨਹੀਂ। ਉਹ ਕਹਿੰਦੇ ਉਹ ਘਰ ਕੇ ਚਰਾਗ ਜਲਾ ਦਿਆ ਅਸੀਂ ਨਾ ਸਾਰਾ ਘਰ ਦੇ ਚਰਾਗ ਨੇ ਘਰ ਨੂੰ ਅੱਗ ਲਾਤੀ। घर के चिराग ने ही जला दिया आशियाना सारा। बंदा मारे दर्द कोई चला नहीं जाता, देख के हालात मेरी खुदा को तो दर्द नहीं आता। एक दिन बेटा मैं उसे मंदिर के चालू ला रहा थी, पासन की गल है जी। तो एक साहब को मेरे पैर दिल से आ गया, मैं पड़े जाके पड़े मारे पैर में। हाँ जी। पता पड़े घर पे आते ओह मैंने नहीं पता लगा कि चल गया जी। जब मैं मथा टेकने लगा तो साहब मेरे पैर से पे निकल तो नहीं जोड़ गया। नहीं जा रहे
ਸਹੀ ਗੱਲ ਹੈਂ? ਆ, ਸਹੀ ਗੱਲ ਆ ਬਾਪੂ ਜੀ। ਇਹ ਤੁਹਾਡੀ ਹੈਂ? ਪਤਾ ਨਹੀਂ ਜਿਹੜੇ ਕਰਮ ਆ ਜਿਹੜੇ ਤੁਹਾਨੂੰ ਫਿਰ ਜੇ ਇੱਕ ਬੰਦਾ ਜੀ ਉਹ ਦਾ ਮੈਂ ਸੱਪ ਦਾ ਇਲਾਜ ਕੀਤਾ ਉਹਨੇ ਸੱਪ ਨੇ ਡੰਕ ਮਾਰਿਆ ਸੀ ਸਾਡਾ ਜੀ ਮੈਂ ਕਿਹਾ ਜਰਾ ਅੰਦਰ ਗੁਰਦੁਆਰੇ ਨਾ ਜਾਈਂ ਕਹਿੰਦਾ ਕਿਉਂ ਪਹਿਲਾਂ ਮੈਂ ਕਿਹਾ ਮੇਰੇ ਪੈਰ ਨੂੰ ਮੈਂ ਸਭ ਤੇ ਲਗਾਇਆ ਵਾਹਿਗੁਰੂ ਦਾ ਨਾਮ ਲੈ ਕੇ ਉਹਨੇ ਸਭ ਲਾਇਆ ਮੈਂ ਕਿਹਾ ਹੁਣ ਜਾ ਜਿਹੜੀ ਤੇਰੇ ਅੰਦਰ ਨਹੀਂ ਜਾ ਕੇ ਫਟੇਗੀ ਕੋਲਾ ਤੇ ਮੈਂ ਤਾਂ ਮੈਂ ਵੀ ਜਾਣਾ ਕੋਈ ਪਤਾ ਨਹੀਂ ਮੈਂ ਪਤਾ ਨਹੀਂ ਸਵੇਰੇ ਉੱਠਣਾ ਕਿ ਕੁਝ ਨਹੀਂ ਪਤਾ, ਕਿਸੇ ਦਾ ਨਹੀਂ ਪਤਾ ਬਾਪੂ। अच्छा तो फिर उन मैं बुला मैं कहा डॉक्टर ने कहा सिरिंज लगा कर मैं कोई सिरिंज नहीं सिरिंज लगा कर वो जाए कर दे तो देखिए वो ਬਾਪੂ ਜੀ ਤੁਹਾਡੇ ਨਾਲ ਤਾਂ ਵੈਸੇ ਉਹ ਕੰਮ ਹੀ ਹੋਏਗਾ ਨਾ, ਹਮਾਰੀ ਕਿਸ਼ਤੀ ਬਾਹਰ ਡੁੱਬੀ ਜਹਾਂ ਪਾਣੀ कम था। मेरा नया अखबार भी चला रहा हाँ कुछ बंदा चला हाँ जी, हाँ कहना हमें अपनों और में- इतना जब कभी हम उनके करीब जाते हैं जी समझ कर खाद हमें भूल जाते हैं ਵਾਹਿਗੁਰੂ, ਲੋਕਾਂ ਦਾ ਹਾਲ ਸਹੀ ਗੱਲ ਆ ਬਾਪੂ। ਹੈਂ? ਪਰ ਬਾਪੂ ਅਸੀਂ ਉਮੀਦ ਕਰਦੇ ਹਾਂ ਤੁਹਾਡੇ ਬੇਟੇ ਤੇ ਵੀ ਅਸੀਂ ਇਸ ਗੱਲ ਦਾ ਭਰੋਸਾ ਕਰਦੇ ਹਾਂ मैं ਵੀ ਆਖਰੀ गायक ਸਮੇਂ भी 'ਚ ਤੁਹਾਡੇ- गायक भी है गीतकार भी है ਇਹ ਕਿੰਨੇ ਜਿੰਦਾ ਦਿਲ ਨੇ मैं ਬਜ਼ੁਰਗ। पंजाबी भी गायक गीत भी बोल देना ਜੀ ते हिंदी का भी ये वो ਕੋਈ ਸੁਣਾ ਦੇ ਫਿਰ ਬਾਪੂ ਕੁਛ। हैं? तो मैं दो चार शब्द ही सुनाता है कोई ज्यादा नहीं ਹਾਂ, ਦੋ बोलता ਚਾਰ ਸ਼ਬਦ ਹੀ ਸੁਣਾ ਦੇ ਬਾਪੂ। मैं बुढ़ा हूँ थक जाना ਜੀ मैं अपना तो बना के 2005 ਚ ਗਿਆ ਸੀ ਤੇ ਉੱਥੇ ਮੇਰਾ ਉੱਥੇ ਉਹਨਾਂ ਨੇ ਮੇਰੇ ਫਿਲਮ ਵੀ ਤਿਆਰ ਕੀਤੀ ਉਹਨਾਂ ਨੇ ਦੋ ਤਿੰਨ ਫਿਲਮਾਂ ਵੀ ਤਿਆਰ ਕੀਤੀਆਂ ਉੱਥੇ ਆ ਕੇ ਠੀਕ ਹੈ ਜੀ। ਓਕੇ ਮੈਂ ਪੰਜਾਬੀ ਗਾਇਆ ਉੱਥੇ ਬੋਲਿਆ ਪਹਿਲਾਂ ਜੀ ਮੇਰੀ ਗੱਲ ਦਾ ਬੁਰਾ ਨਾ ਮੰਨਣਾ ਨਾ 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 ਬਾਪੂ, ਗੁਰਾ ਕਾ ਮੰਨਣਾ, ਮੈਂ ਗੁਰਾ ਮੰਨਣ ਵਾਲੀ ਗੱਲ ਕਹੀ ਨਾ ਤੂੰ ਬਾਪੂ। ਥੋੜੇ ਜਿਹਾ ਸ਼ਬਦ ਬੋਲਾਂਗਾ ਜੀ ਮੈਂ ਗਾਣਾ ਬੋਲਿਆ ਸੀ ਬਾਰਿਆ ਬਹਾਰ ਲੈ ਜਾ ਗੋਰੀ ਅਤਨ ਵਰਗਾ ਮੁਕਣਾ ਚਪਾ ਗੋਰੀ ਸਾਨੂੰ ਨਹੀਂ ਕੋਈ ਪਰਵਾਹ ਗੋਰੀ ਬਾਰਿਆ ਬਹਾਰ ਲੈ ਜਾ ਗੋਰੀ ਹਾਂ ਕਿੰਨੇ ਜਿੰਦਾ ਦਿਲ ਨੇ ਬਜ਼ੁਰਗ, ਤਾਂ ਹੀ ਜਿਉਂਦੇ ਵੀ ਨੇ। ਨਹੀਂ ਇੰਨਾ ਦੁੱਖਾਂ ਦਾ ਪਹਾੜ ਟੁੱਟਿਆ, ਲੋਕਾਂ ਨੇ ਆ ਕੇ ਘਰੇ ਆ ਕੇ ਵੀ ਕੁੱਟਿਆ ਬਾਪੂ ਨੂੰ, ਲੋਕਾਂ ਨੇ ਆ ਕੇ ਜਲੀਲ ਕੀਤਾ, ਪੁੱਤ ਸਭ ਕੁਝ ਲੈ ਕੇ ਜੋ ਕਮਾਈ ਕੀਤੀ ਇੰਨੇ ਸਾਲਾਂ ਦੀ ਸਭ ਕੁਝ ਲੁੱਟ ਕੇ ਭੱਜ ਗਿਆ। 70 ਲੱਖ ਰੁਪਏ ਅਖਬਾਰ 'ਚ ਬਾਪੂ ਕਹਿੰਦਾ ਮੈਂ ਪੜ੍ਹਿਆ ਸੀ ਜਦੋਂ ਲਿਖਿਆ ਆਇਆ ਸੀ ਵੀ ਮਨੀਸ਼ ਕੁਮਾਰ ਲੋਕਾਂ ਦਾ 70 ਲੱਖ ਰੁਪਏ ਲੈ ਕੇ ਭੱਜ ਗਿਆ। ਤੇ ਪਰ ਅੱਜ ਵੀ ਬਾਪੂ ਜਿੰਦਾ ਦਿਲੀ ਦੇ ਨਾਲ ਗਾਣੇ ਵੀ ਗਾ ਰਿਹਾ, ਸ਼ੇਰ ਵੀ ਸੁਣਾ ਰਿਹਾ, ਪਰ ਉਸ ਪੁੱਤ ਨੂੰ ਆਪਣੇ ਨੂੰ ਅੱਖਾਂ ਭਰ ਕੇ ਪਾਣੀ ਨਾਲ ਬੇਨਤੀ ਵੀ ਕਰ ਰਿਹਾ ਵੀ ਪੁੱਤ ਮੈਨੂੰ ਲੈ ਜਾ, ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਆ ਮੈਨੂੰ ਮਾਫ ਕਰ ਦੇ, ਪਰ ਮੈਨੂੰ ਲੈ ਜਾ। ਮੈਨੂੰ ਉਹ ਸੱਪ ਦੇ ਉੱਤੇ ਫਿਰ ਮੈਂ ਲਿਖਿਆ ਤੇ ਫਿਰ ਕੀ ਲਿਖਿਆ ਜੀ कि कभी खुदा हमारे चरणन बसे कभी मस्तक का ताज बन जाता है उसकी माया हो जाने वो क्या कुछ नहीं कर दिखाता है ਵਾਹਿਗੁਰੂ ਵਾਹਿਗੁਰੂ। ਇਹ ਤੁਸੀਂ ਆਪ ਲਿਖਿਆ? हाँ ਵਾਹ ਜੀ, ਸ਼ੇਰ ਵੀ ਲਿਖਦੇ ਬਾਪੂ। शेर भी लिख दूंगा उसकी माया हो जाने ਉਹ ਜਾਣਦੇ ਸਿੱਧਾ ਉਹ ਕੀ ਕਰਦਾ, ਜਮਾ ਨਹੀਂ ਸਿੱਧਾ ਦਿਖਾਉਂਦਾ। ਬੰਦਾ ਬਾਪੂ ਸਾਡਾ। हाँ ਤੇ ਇੰਨੇ ਦੁੱਖਾਂ ਦੇ ਪਹਾੜ ਤੋਂ ਵੀ ਤਾਂ ਹੀ ਬਚਿਆ ਬੈਠਾ, ਪਰ ਸਾਡਾ ਸਮਾਜ ਦੇਖੋ ਕਿੱਥੇ ਖੜਾ ਅੱਜ। ਇਹ ਬਾਪੂ ਦੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ। ਕੱਪੜੇ ਕਮਰੇ ਦੇ ਵਿੱਚ ਪਏ ਨੇ, ਆ ਬਾਪੂ ਦੀ ਰਸੋਈ ਦੇ ਵਿੱਚ ਵੀ ਉਹੀ ਲਿਫਾਫੇ ਆ ਜਿਹੜੇ ਬਾਹਰ ਲਿਫਾਫਿਆਂ ਦੇ ਢੇਰ ਲੱਗੇ ਪਏ ਨੇ, ਉਹੀ ਲਿਫਾਫਿਆਂ ਦੇ ਲਿਫਾਫੇ ਗਾਂ ਅੰਦਰ ਭਰੇ ਪਏ ਨੇ, ਕਿਉਂਕਿ ਇਹਨਾਂ ਦੇ ਵਿੱਚ ਬਾਪੂ ਰੋਜ਼ ਇੱਕ ਇੱਕ ਫੁਲਕਾ ਤੇ ਇੱਕ ਸਬਜ਼ੀ ਦਾਲ ਹਰ ਰੋਜ਼ ਪਾ ਕੇ 2 ਟਾਈਮ ਇਹ ਲਿਫਾਫੇ ਬਾਪੂ ਦੇ ਘਰੇ ਆਉਂਦੇ ਨੇ। ਤੇ ਘਰ ਦੇ ਦਰਵਾਜ਼ੇ ਤੱਕ ਕੋਈ ਲਾ ਕੇ ਲੈ ਗਿਆ, ਸਿੰਖ ਪੱਟ ਕੇ ਲੈ ਗਿਆ, ਟੂਟੀਆਂ ਰਹਿ ਗਈਆਂ, ਗੈਸ ਚੁੱਲ੍ਹੇ ਸਿਲੰਡਰ ਸਭ, ਬਾਰੀਆਂ ਦਰਵਾਜ਼ੇ ਸਭ ਕੁਝ ਲੋਕਾਂ ਨੇ ਪੱਟ ਲਿਆ। ਤੇ ਰਹਿ ਗਿਆ ਤਾਂ ਜੇ ਕੁਝ ਪਿੱਛੇ ਉਹ ਇਹੀ ਰਹਿ ਗਿਆ ਵੀ ਬਾਪੂ ਦੀ ਜਿੰਦਾ ਦਿਲੀ ਰਹਿ ਗਈ ਹੈ। ਬਾਪੂ ਦਾ ਫਿਰ ਵੀ ਅੱਜ ਹੱਸ ਕੇ ਜਿਉਂਦਾ, ਹੱਸ ਕੇ ਜ਼ਿੰਦਗੀ ਜਿਉਂ ਰਿਹਾ ਬਜ਼ੁਰਗ ਇਹ। मैं तो ਇਹ ਕਮਰੇ 'ਚ ਬਾਪੂ ਜੀ ਕੀ ਆ? हाँ ਇਹ ਕਮਰੇ ਖਾਲੀ ਹੋਈ ਆ? नहीं टट्ठा जाता टट्ठा ਅੱਛਾ ਢਹਿ ਗਿਆ ਇਹ ਵੀ। हाँ टट्ठा बेहुला कर दो ਆਹ ਕਮਰੇ ਦੀਆਂ ਛੱਤਾਂ ਨਹੀਂ ਜਾਂਦੇ, ਨਹੀਂ ਜਾਂਦੇ। कोई पता नहीं ਉੱਪਰੋਂ ਛੱਤਾਂ ਡਿੱਗਣ ਲੱਗੀਆਂ ਹੋ ਗਈਆਂ हाँ ਤੇ
ਇਹ ਮਕਾਨ ਦੇਖੋ ਕਿੰਨੀਆਂ ਆਸਾਂ ਤੇ ਉਮੀਦਾਂ ਨਾਲ ਬਾਪੂ ਨੇ ਉਦੋਂ ਆਪਣੀਆਂ ਕਿੰਨੀਆਂ ਸਦਰਾਂ ਨਾਲ ਬਣਾਇਆ ਹੋ ਮਕਾਨ ਕਿਸੇ ਟਾਈਮ ਨਾ ਮਕਾਨ ਨਹੀਂ ਮਾਨੇ ਬਣਾ ਮਾਂ ਨੇ ਬਣਾਇਆ ਸੀ। ਹਾਂ ਬਾਪੂ ਤੁਸੀਂ ਦੱਸਿਆ ਬਾਪੂ ਦੇ ਮਾਂ ਬਾਪੂ ਤੁਸੀਂ ਇਕੱਲੇ ਹੀ ਪੁੱਤ ਸੀ ਹਾਂ ਆ ਪਿੱਪਲ ਹੋ ਗਿਆ ਅੰਦਰ ਦੇਖੋ ਕਿੱਡਾ ਵੱਡਾ। ਮੈਂ ਨਾਲ ਮਦਦ ਕਰਦਾ ਰਿਹਾ ਮਜ਼ਦੂਰੀ ਮੈਂ ਕਰਦਾ ਰਿਹਾ ਨਾਲ ਬਾਪੂ ਮਾਂ ਕਿੰਨੇ ਭੈਣ ਭਰਾ ਸੀ ਤੁਸੀਂ? ਅਜੇ ਮੈਂ ਦੋ ਭੈਣ ਭਰਾ ਇੱਕ ਭੈਣ ਸੀ ਇੱਕ ਭਰਾ। ਭੈਣ ਵੀ ਨਹੀਂ ਭੈਣ ਹੈਗੀ ਉਹਦੀ ਅੰਦਰ ਕਿ ਮੈਂ ਨਹੀਂ? ਮੇਰੇ ਕੋਲ ਕਰੋਨਾ ਚਲੋ ਜੇ ਉਹ ਹੁੰਦੀ ਸ਼ਾਇਦ ਤੁਹਾਡੀ ਉਹ ਜ਼ਰੂਰ ਸਾਰ ਲੈਂਦੀ ਨਾਲ ਦੀ ਜੰਮੀ ਹੈ ਨਾ। ਮੈਂ ਭਾਂਜਾ ਮੈਨੂੰ ਥੋੜੀ ਮਦਦ ਕਰਦਾ ਮਦਦ ਕਰਦਾ ਹਾਂ ਉਹੀ ਕਹਿੰਦਾ ਵੀ ਉਹ ਖੂਨ ਫੇਰ ਵੀ ਭਾਂਜਾ ਮੈਂ ਉਹਦੇ ਕੋਲ ਨਹੀਂ ਜੁੜਿਆ ਉਹ ਹੈਗਾ ਕਿੱਥੇ ਹੁਣ ਭਾਂਜਾ ਬੰਬੇ ਹੈ ਇਹ ਬਲਾਸ ਇੰਜੀਨੀਅਰ ਹੈ ਇਹ ਕਲਾਸ ਇੰਜੀਨੀਅਰ ਵਾਲਾ। ਹਾਂ। ਇੱਥੇ ਆ ਜਾਓ ਬਾਪੂ ਜੀ ਇੱਥੇ ਆ ਜਾਓ ਅੱਛਾ ਕੋਈ ਨਾ ਕੋਈ ਨਾ ਖੜ ਜਾ ਕਿਤੇ ਤੇ ਖੜ ਜਾ। ਤੇ ਹੁਣ ਬਾਪੂ ਜੀ ਇਹ ਦੱਸੋ ਤੁਸੀਂ ਸਾਨੂੰ ਵੀ ਹੁਣ ਤੁਸੀਂ ਸਾਡੇ ਨਾਲ ਜਾਣ ਦਾ ਉੱਥੇ ਸਾਡੇ ਕੋਲ ਰਹੋਗੇ ਨਾ। ਚਲੋ ਹੁਣ ਨਹੀਂ ਇਹ ਤਾਂ ਸਵੇਰ ਦਾ ਸਹੀ ਚੱਲੇਗੀ। ਸਾਡੇ ਕੋਲ ਤੁਸੀਂ ਆ ਜਿਓ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਜ਼ਤ ਮਾਣ ਚੰਗੀ ਜ਼ਿੰਦਗੀ ਸਤਿਕਾਰ ਭਰੀ ਮਾਣ ਭਰੀ ਤੁਹਾਡਾ ਬੇਟਾ ਲੱਭ ਕੇ ਤੁਹਾਨੂੰ ਬੇਟੇ ਦੇ ਮੂਹਰੇ ਬਿਠਾਵਾਂਗੇ। ਇੱਕ ਵਾਰੀ ਪਰਮਾਤਮਾ ਤੋਂ ਡਰ ਕੇ ਕਹਿੰਦੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਚਾਹੇ ਸਾਨੂੰ ਨੋਇਡਾ ਜਾ ਕੇ ਡੋਰ ਟੂ ਡੋਰ ਲੱਭਣਾ ਪਵੇ ਕੁਛ ਵੀ ਕਰਨਾ ਪਵੇ। ਵੈਸੇ ਤਾਂ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਬਾਪੂ ਜਿਹੜਾ ਵੀਡੀਓ ਬਣਾਉਂਦੇ ਆ ਨਾ ਫੇਸਬੁੱਕ ਤੇ ਪਾਉਂਦੇ ਲੋਕ ਪਤਾ ਤੁਹਾਨੂੰ ਨਾ ਉਹ ਵੀਡੀਓ ਤੁਹਾਡੇ ਮੁੰਡੇ ਤੱਕ ਜ਼ਰੂਰ ਜਾਊਗੀ। ਇਹ ਗੱਲ ਦਾ ਸਾਨੂੰ ਭਰੋਸਾ ਕਾਲਪੁਰਖ ਵਾਹਿਗੁਰੂ ਤੇ ਸੱਚੇ ਪਾਤਸ਼ਾਹ ਤੇ। ਇਹ ਬਾਪੂ ਕਿਹਦੀ ਫੋਟੋ ਆ? ਪਹਿਲਾਂ ਆ ਮੈਂ ਭੈਣ ਆ ਮੈਂ ਜੀਜਾ ਅੱਛਾ ਭੈਣ ਤੇ ਜੀਜਾ ਜੀ ਦੀਆਂ ਪੁਰਾਣੀਆਂ ਫੋਟੋਆਂ ਇਹ ਠੀਕ ਆ ਬਾਪੂ। ਤੇ ਇਹ ਬਾਪੂ ਤੁਹਾਡਾ ਬੇਟਾ ਆ? ਅਨੀ ਇਹ ਬੇਟਾ ਨੇ ਕੋਈ ਆਹ ਮੁੰਡਾ ਜੀ। ਇਹ ਮੈਨੂੰ ਲੱਗਦਾ ਕਿ ਉਹਨਾਂ ਤੋਂ ਜਵਾਈ ਨਾ ਹੋਵੇ ਓਕੇ ਓਕੇ ਓਕੇ। ਜਵਾਈ ਹੋਵੇ ਕੋਈ ਬੇਟੇ ਦੀ ਫੋਟੋ ਹੈ ਤੁਹਾਡੇ ਕੋਲੇ ਨਾ ਮਨੀਸ਼ ਦੀ? ਨਾ ਮੈਂ ਸ਼ਾਇਦ ਪਛਾਣ ਲਊਗਾ ਕੋਈ ਬੰਦਾ ਜੀ ਸ਼ਾਇਦ ਕੋਈ ਫੋਟੋ ਹੋਵੇ ਨਾ ਆਪਾਂ ਨੂੰ ਘਰ ਲੱਭਣਾ ਸੌਖਾ ਹੋਵੇ। ਨਾ ਇੱਧਰ ਘਰੇ ਕੋਈ ਲੱਗੀ ਹੋਈ ਹੈਗੀ ਆ? ਨਾ ਕੋਈ ਇਹ ਬਾਪੂ ਜੀ ਜੰਤਰੀਆਂ ਤੁਹਾਡੀਆਂ ਫਿਰ ਤੁਸੀਂ ਜੋਤਿਸ਼ ਵੀ ਕਰਦੇ ਥੋੜਾ ਬਹੁਤਾ? ਪਹਿਲਾਂ ਮੈਂ ਹੁਣ ਕਰਦਾ ਹੁਣ ਮੈਂ ਕੋਂਦਾ ਹੁਣ ਬਰੇ ਨਹੀਂ ਕੰਮ ਕਰਦਾ ਦੁਕਾਨ ਤੇ ਕਰਦਾ ਸੀ ਨਾਲ ਨਾਲ ਪਹਿਲਾਂ ਕਰਦਾ ਸੀ ਪਹਿਲਾਂ ਜੋਤਿਸ਼ ਵੀ ਕਰਦੇ ਸੀਗੇ। ਠੀਕ ਹੈ ਬਾਪੂ ਜੀ। ਮੈਂ ਦੇਖਿਆ ਵੀ ਆ ਤਿੰਨ ਰੰਗ ਹਾਂ ਕਵੀ ਸੰਗ੍ਰਹਿ। ਹਾਂ ਇਹ ਕੋ ਬੰਦਾ ਜੁਗਾ ਤਾਂ ਦਾਦੀ ਆ ਤੁਹਾਡੇ ਬੱਚਿਆਂ ਦੀ ਛੋਟੇ ਹੁੰਦੇ ਫੋਟੋ ਮੇਰੇ ਨਹੀਂ ਮੇਰੀਆਂ ਨਹੀਂ ਅੱਛਾ ਇਹ ਸਰਦਾਰ ਜੀ ਦਾ ਉਹ ਉਹਨਾਂ ਨੇ ਡੈਥ ਹੋ ਗਈ ਅੱਛਾ ਉਹਨਾਂ ਪਤਾ ਕੋਈ ਉਹਨਾਂ ਗੀਤਾ ਪੜ੍ਹਨੀ ਸੀ ਸਰਦਾਰ ਜੀ ਅੱਛਾ ਜੀ। ਉਹਨਾਂ ਗੀਤਾ ਵਿੱਚ ਕੋਈ ਦੇਖਿਆ ਕਿ ਕਹਿੰਦੇ ਅਸੀਂ ਤੋਂ ਭੂਤ ਬਰੇ ਤੇ ਮਰੇ ਬੰਦਿਆਂ ਦੀ ਸੇਵਾ ਕਰਨੇ ਆ ਸਾਨੂੰ ਜਿਹੜੇ ਬੰਦੇ ਦੀ ਸੇਵਾ ਕਰਨੀ ਚਾਹੀਦੀ ਹੈ। ਗੁਰਕਾ ਸਾਹਿਬ ਬਾਪੂ ਇਦਾਂ ਰੱਖਿਆ ਪਿਆ ਵੀ ਗਲਤ ਆ। ਮੈਂ ਦੱਸੋ ਕੀ ਕਰਾਂ ਮੈਂ ਸੱਚਾ ਪਾਤਸ਼ਾਹ। ਮੈਂ ਮੈਨੂੰ ਜਗ੍ਹਾ ਨਹੀਂ ਰੱਖਣ ਨੂੰ ਨਹੀਂ ਬਾਪੂ ਹੋਰ ਵੀ ਪਿਆ ਕੋਈ ਗੁਰਕਾ ਸਾਹਿਬ ਹੋਰ ਹੈਗੇ ਨੇ? ਤੇ ਉਹ ਸਾਨੂੰ ਹੋਰ ਜੇ ਹੈਗੇ ਆਪਾਂ ਇਹਨਾਂ ਨੂੰ ਹੋਰ ਸੰਸਕਾਰ ਨਹੀਂ ਕਰਾਂਗੇ। ਹੋਰ ਨਹੀਂ ਉਹ ਜਿਹੜੇ ਪਏ ਆ ਉਹਨਾਂ ਦੀ ਗੁਰਕਾ ਸਾਹਿਬ ਕਰੀ ਉਹ ਮੈਂ ਆਪਣੇ ਪੈਰ ਨੂੰ ਰੱਖਿਆ ਬਸ ਮੈਂ ਆਪਣੇ ਪੈਰ ਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਪੜ੍ਹ ਲਿਓ ਅਸੀਂ ਦੇਖਦੇ ਆ। ਸੁਖਮਨੀ ਸਾਹਿਬ ਜਪਜੀ ਸਾਹਿਬ ਹੈ ਅੱਛਾ ਹਿੰਦੀ ਚ? हैं हाँ हिंदी का ਉਹ ਵਾਹਿਗੁਰੂ। वो मेरे किताबा रहने देना किताबा नहीं छोड़ना ਨਹੀਂ ਨਹੀਂ ਅਸੀਂ ਛੇੜ उन्होंने आ दोनों ਨਹੀਂ ਮੈਂ ਲੈ ਕੇ ਨਹੀਂ ਆਂਦਾ ਸਾਂਭ ਲਓ उन्होंने मैं दिन आ लो। रात रोज दिन रात नेम करना ਠੀਕ ਹੈ ਬਾਪੂ ਜੀ ਠੀਕ। हाँ कोई पता नहीं था साहब मेरा मरने लग गया मैं समझो हाँ ਆ ਰਮਾਲੇ ਚ ਪਾ ਲਓ ਨਾ ਬਾਪੂ ਜੀ ਇਹਨਾਂ ਨੂੰ। ਆਹ ਦੇ ਰਮਾਲਾ ਪਿਆ ਆ ਰਮਾਲੇ ਚ ਪਾ ਲਓ। नहीं नहीं वैसे रहने दो वैसे क्या कर लो इसको और नहीं छोड़ना मैं वो कोई चीज नहीं करना ਇੱਕ रहती ਸਾਫ ਰਮਾਲ ਦੇ ਕਿਹੜੀ ਰਮਾਲੇ ਦੇ ਵਿੱਚ कोई ਪਾ ਲਈ। मैं दवा कर लूँगा कितना करूँ ਤੇ ਯਾਨੀ ਕਿ ਇਹ ਸਾਰੀਆਂ ਜੀ ਜਿਹੜੀਆਂ ਤੁਸੀਂ ਤਸਵੀਰਾਂ ਦੇਖੀਆਂ ਇਸ ਟਾਈਮ ਬਜ਼ੁਰਗ ਦੇ ਹਾਲਾਤ ਤੁਸੀਂ ਦੇਖਿਆ ਭਾਂਡਿਆਂ ਦੇ ਕੱਪੜਿਆਂ ਦੇ ਬਜ਼ੁਰਗ ਦੇ ਆਪਦੇ ਹਾਲਾਤ ਜਜ਼ਬਾਤ ਦੱਸ ਦੇ ਰੱਖ ਦਿੰਦੇ ਤੇ ਜਜ਼ਬਾਤ ਤੁਸੀਂ ਸਾਰੇ ਸੁਣੇ ਹੀ ਆ। ਬਸ ਸਾਡੀ ਇੱਕੋ ਹੀ ਬੇਨਤੀ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਵੀ ਨਿਚੋੜ ਕੱਢਿਓ ਵੀ ਨਿਚੋੜ ਕੀ ਨਿਕਲਦਾ। ਅੱਜ ਔਲਾਦ ਆਪਣੇ ਘਰ 'ਚ ਹੋ ਸਕਦਾ ਮਨੀਸ਼ ਕੁਮਾਰ ਚੰਗਾ ਸੁਖੀ ਜੀਵਨ ਬਤੀਤ ਕਰਦਾ ਹੋਵੇ। ਹੋ ਸਕਦਾ ਇੱਕ ਉਹ ਸਟੇਟਸ ਦੇ ਹਿਸਾਬ ਨਾਲ ਆਪਣਾ ਚੰਗਾ ਇੱਕ ਉਹਦਾ ਸਟੇਟਸ ਹੋਵੇ ਚੰਗਾ ਲੋਕਾਂ ਦੇ ਵਿੱਚ ਉਹਦੀ ਪਹੁੰਚ ਹੋਵੇ। ਪਰ ਅੱਜ ਉਹਦਾ ਬਾਪ ਆ ਜਿਹੜਾ ਉਹ ਇਸ ਤਰੀਕੇ ਨਾਲ ਰੁਲ ਰਿਹਾ। ਅੱਜ ਉਹਦਾ ਜਿਹੜਾ ਉਹ ਬਜ਼ੁਰਗ ਆ ਜਿਹਦੀਆਂ ਹੱਡੀਆਂ ਵੀ ਚਰਚਰ ਕਰਦੀਆਂ ਉਹ ਅੱਜ ਹੱਥ ਜੋੜੀ ਖੜਾ ਵੀ ਪੁੱਤਰਾ ਮੈਨੂੰ ਲੈ ਜਾਓ ਆ ਕੇ ਜੇ ਮੇਰੇ ਤੋਂ ਕੋਈ ਗਲਤੀ। ਬਾਪੂ ਜੀ ਇੱਕ ਵਾਰੀ ਫੇਰ ਬੇਨਤੀ ਕਰੋ ਬੇਟੇ ਨੂੰ ਆਪਣੇ ਨੂੰ। बाकी बच्चा जी मैंने आपको ले जा मैं बार बार में तो कहना मैं माँ पहले तो क्या थी अजी आके कहीं ला लूँगा तेरे जो टोला कसूर है तुझे लाने आए पूछा मैंने कह रहे
ਮੈਂ ਤੁਹਾਨੂੰ ਬਚਾਇਆ ਸੀ ਕਿ ਪੁਲਿਸ ਰੋ ਜਾਂਦੀ ਹੈ ਤੁਹਾਨੂੰ ਕਿਹਾ ਤੁਸੀਂ ਦਿੱਲੀ ਦੌੜ ਜਾ ਚਲ ਜਾਓ ਜਾ ਕੇ ਆਪਣੀ ਜਾਨ ਕਰੋ ਤੇ ਆਪਣਾ ਕਾਰੋਬਾਰ ਬਦਲ ਦਿਓ ਕਾਰੋਬਾਰ ਤੁਸੀਂ ਬਦਲ ਦਿੱਤਾ ਪਰ ਮੈਨੂੰ ਲੈਣ ਨਹੀਂ ਆਇਆ ਹਾਂਜੀ ਬਾਕੀ ਵਾਹਿਗੁਰੂ ਜ਼ਿੰਮੇਵਾਰ ਹੈ ਦੇਖੋ ਮੈਂ ਗਲਤੀ ਹੈ ਮੈਨੂੰ ਨਜ਼ਰ ਆਉਂਦੀ ਹੈ ਬੋਲਣ ਦਾ ਮੈਂ ਪਹਿਲਾਂ ਸੀ ਹੁਣ ਮੈਂ ਗਲਤ ਬੋਲਾਂਗਾ ਨਾ ਮੈਨੂੰ ਲੋੜ ਹੈ ਅਗਰ ਕਿਤੇ ਬਾਈ ਜਾਨ ਮੂੰਹ ਤੋਂ ਗਾਲ ਗੁਲ ਨਿਕਲ ਜਾਂਦੀ ਹੋਣੀ ਹੁੰਦਾ ਮੈਨੂੰ ਮਾਫ ਕਰ ਦੇਣਾ ਅਸੀਂ ਵੀ ਮਾਫੀ ਮੰਗਦੇ ਆ ਬਾਪੂ ਵੱਲੋਂ ਜੇ ਗਵਾਹੀ ਕਿਸੇ ਚ ਆ ਕੇ ਕਿਤੇ ਪਿਓ ਦੀਆਂ ਮੈਂ ਗੁੱਸੇ ਗਾਲਾਂ ਜਾ ਪਿਓ ਦੀਆਂ ਰਿਹਾ। ਨਾਲਾਂ ਹੁੰਦੀਆਂ ਜੇ ਗਾਲਾਂ ਕੱਢ ਵੀ ਦਿੱਤੀਆਂ ਪਿਓ ਨੇ ਕਿਤੇ ਬਾਈ ਮਾਫ ਕਰ ਦੇ ਯਾਰ ਮਨੀਸ਼ ਤੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਭਰਾਵਾ ਤੇਰਾ ਇਹ ਵਿਰਾਸਤ ਆ ਤੇਰੀ ਇਹ ਵਿਰਾਸਤ ਸਾਂਭ ਲਾ ਤੂੰ ਨਹੀਂ ਇੱਥੇ ਆਉਣਾ ਸਮਝਦੇ ਆ ਅਸੀਂ ਤੇਰੀ ਪ੍ਰੋਬਲਮ ਨੂੰ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ ਸਾਡੇ ਨੰਬਰ ਤੁਹਾਡੇ ਕੋਲੇ ਆ ਗਏ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਤੱਕ ਤੁਹਾਡੇ ਬਜ਼ੁਰਗ ਨੂੰ ਅਸੀਂ ਪਹੁੰਚਦਾ ਕਰੀਏ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਜਦ ਤੱਕ ਬਾਪੂ ਜੀ ਸਾਡੇ ਕੋਲੇ ਨੇ ਅਸੀਂ ਬਾਪੂ ਜੀ ਦਾ ਸਤਿਕਾਰ ਕਰ ਸਕੀਏ ਮਾਣ ਕਰ ਸਕੀਏ ਇਹਨਾਂ ਨੂੰ ਚੰਗੀ ਸਿਹਤਯਾਬੀ ਭਰੀ ਜ਼ਿੰਦਗੀ ਦੇ ਸਕੀਏ ਮਨੀਸ਼ ਵੀਰੇ ਫਿਰ ਤੈਨੂੰ ਇਹੀ ਬੇਨਤੀ ਹੈ ਭਰਾਵਾ ਤੇਰੇ ਬੱਚਿਆਂ ਨੇ ਵੀ ਕੱਲ੍ਹ ਤੈਨੂੰ ਸਵਾਲ ਪੁੱਛਣੇ ਆ ਤੇਰੇ ਨਾਲ ਵੀ ਮੂਹਰੇ ਆ ਕੇ ਖੜੀ ਆਏ ਜੀ ਤੇਰੇ ਅੱਗੇ ਵੀ ਇਹੀ ਬੁਢਾਪਾ ਤੇਰਾ ਵੀ ਵਾਰੀ ਆਈ ਹੋਈ ਅੱਗਿਓਂ ਤੇ ਇਸ ਕਰਕੇ ਘੋਲ ਨਾ ਕਰ ਅੱਜ ਹਾਲਾਤ ਬਾਪੂ ਦੇ ਇਹ ਆ ਵੀ ਗੜ ਰਿਹਾ ਸਰੀਰ ਬਾਪੂ ਦਾ ਉਸ ਤੋਂ ਪਹਿਲਾਂ ਸਾਂਭ ਲਾ ਕੇ ਬਸ ਇਹੀ ਸਾਡੀ ਬੇਨਤੀ ਧੰਨਵਾਦ ਤੁਹਾਡਾ ਨੰਬਰਦਾਰ ਸਾਹਿਬ ਬਹੁਤ ਬਹੁਤ ਹਾਂ ਤੁਹਾਡਾ ਵੀ ਬਾਈ ਜੀ ਬਹੁਤ ਧੰਨਵਾਦ ਜੀ सबसे पहले से मरे जिंदा किया फिल्मा है जी मरे जिंदा किया फिल्मा है मैंने कहने से आसन किया जी जो गया तेरा पेट कोई जाना ना है जी ऐसा कहने से मैंने हाँ सही गल है बापू तेरा पेट कोई नहीं जाता जिन्हों कह देता कि नहीं जिंदा रहेगा तो हाले तक आसन के बंदे जिंदे हैं अच्छा जी तो जिन्हों में जाकर कहा को नहीं दांत लाया अब परमात्मा का नाम लेना और सब दरख्त भी खड़े खड़े डिग पेंदे दांत लाना दरख्त डिग जाने ਆ ਹਾਲਾਤ ਹੋ ਗਏ ਬਾਪੂ ਦੇ फिर एक दिन ऐसा में तुरे जामा मंदिर आलू बदल बहुत जोर से करते हाँ जी बदल जोर से करे पेड़ ऊंचो आ जाए कितना चकरा रहा बिजली का तेरे को तैरना नियत खराब है जी आवाज है पेड़ तो कोई चकरा रहा मैं दिखता है कि ना मैंने बनना कहीं पे कुछ नहीं होगा मैं चकरा रहा एकदम बिजली पे पेड़ दे 5-7 पत्ते जल रहा है बहुत शुक्रगुजार है मैंने मैंने बचाया ਉਹਦਾ ਸ਼ੁਕਰਗੁਜ਼ਾਰ ਆ ਅਸੀਂ ਤੁਹਾਡੇ ਕੋਲ ਅੱਜ ਉਹਨੇ ਭੇਜਿਆ ਸੀ ਇਹ ਪ੍ਰਮਾਤਮਾ ਦੀ ਰਜ਼ਾ ਸਮਝਿਓ ਇਸ ਗੱਲ ਨੂੰ ਹਾਂ, ਇੱਕ ਅਸੀਂ ਦੀਵਾਲੀ- ਤੁਹਾਡੇ ਕੋਲ ਆਏ ਹਾਂ ਤਾਂ ਹੀ ਤੁਹਾਨੂੰ ਕਹਿੰਦੇ ਤੁਸੀਂ ਸਾਡੇ ਨਾਲ ਹੁਣੇ ਚੱਲੋ एक दवाई आए सोदा बिजली में कब आते हैं जा बाबा फिर गया बिजली में कब आते ना वापस चले ਹੁਣ ਬਾਪੂ ਤੁਸੀਂ ਸਾਡੇ ਨਾਲ ਹੁਣੇ ਚੱਲੋ ਅਸੀਂ ਘੰਟਾ ਰੋਕ ਲੈਂਦੇ ਸੰਭਾਲ ਲੈਂਦੇ ਸਾਰਾ ਸਮਾਨ ਜਿੰਦਾ ਲਾ ਦਿੰਦੇ ਆ ਅਸੀਂ ਰੁਕ ਜਾਂਦੇ ਹਾਂ ਘੰਟਾ ਤੁਹਾਡੇ ਨਾਲ ਸਫਾਈ ਕਰਾ ਕੇ ਕੋਈ ਲੋਕ ਗੱਲ ਨਹੀਂ। ਲਵਾ ਕੇ ਤੁਸੀਂ ਹੁਣੇ ਸਾਡੇ ਨਾਲ नहीं ਚੱਲੋ कोई गल नहीं मैं चोरी ਹਜੇ ਵੀ ਵਿਸ਼ਵਾਸ ਨਹੀਂ ਸਾਡੇ ਤੇ ਹੋਇਆ ਤੁਹਾਨੂੰ नहीं नहीं मैं तो अरे विश्वास है पर मेरी माँ ने मेरे गुरु ने क्या रात में ना मंदिर तो बाद तू बाहर नहीं निकलना ਆਪਾਂ ਸੜੇ ਮੰਜੀ ਰੱਖ ਲੈਂਦੇ ਹਾਂ नहीं नहीं कोई बात नहीं समझे ਹੂੰ। माँ का गुरु का हुक्म नहीं मानता वो बंदा कुत्ते की मौत से मरेगा माँ का ਇਹਨਾਂ ਦੀ गुरु ने भी मैंने एक क्लास मेरे गुरु शहर के वाले बाबा जी संत जी वो जो संत दो गुरु जी है मेरे जी है उन्होंने कुकर पेड़ में रात के ਹਾਂਜੀ गुरु भी लगी है ਜੀ हाँ जी तब फिर वो उन्होंने ये हुक्म किया तेरे मगर नीचे कर चंडाल कर वो मगर लगा है ਇਹਨਾਂ तू ਦੀ रात के टाइम पे बाहर नहीं निकलना करो बाहर नहीं निकलना जो मर्जी हो ਇਹਨਾਂ ਦੇ ਸੰਸਕਾਰ ਕਿੱਦਾਂ ਦੇ ਦਿੱਤੇ ਹੋਏ ਮਾਂ ਨੇ ਕਿਹਾ ਸੀ ਵੀ ਇਕੱਲੇ ਨੇ ਘਰੋਂ ਬਾਹਰ ਨਹੀਂ ਨਿਕਲਣਾ ਹਾਂ। ਰਾਤ ਦੇ ਟਾਈਮ ਅੱਜ ਵੀ ਮਾਂ ਦੇ ਗਈ ਤੋਂ ਬਾਅਦ ਵੀ ਕਿੰਨੇ ਸਾਲ ਬਾਅਦ ਬਾਪੂ ਉਸ ਗੱਲ ਤੇ ਪਹਿਰਾ ਦੇ ਰਿਹਾ ਬਾਪੂ ਦੇ ਗੁਰੂ ਨੇ ਕਿਹਾ ਸੀ ਵੀ ਰਾਤ ਨੂੰ ਕਿਸੇ ਨਾ ਮੰਜੀ ਤੋਂ ਇਕੱਲੇ ਨੇ ਘਰੋਂ ਬਾਹਰ ਨਹੀਂ ਨਿਕਲਣਾ ਅੱਜ ਵੀ ਉਸ ਗੁਰੂ ਦੀ ਗੱਲ ਤੇ ਪਹਿਰਾ ਦੇ ਰਿਹਾ ਪਰ ਬਾਪੂ ਦੇ ਪੁੱਤ ਦੀ ਗੱਲ ਕਰੀਏ ਜੀ ਉਹ ਪਤਾ ਨਹੀਂ ਕਿਹੜੀ ਗੱਲ ਤੇ ਪਹਿਰਾ ਦੇ ਰਿਹਾ ਉਹਨੂੰ ਪਤਾ ਨਹੀਂ ਕਿਹੜੇ ਗੁਰੂ ਨੇ ਕਿਹੜੀ ਗੱਲ ਸਮਝਾਈ ਸੀ ਵੀ ਉਹ ਇੱਕੋ ਹੀ ਗੱਲ ਤੇ ਪਹਿਰਾ ਦੇ ਰਿਹਾ ਵੀ ਲక్ష్ਮੀ ਮਾਤਾ ਨੂੰ ਇਕੱਠੇ ਕਰਨ ਤੇ ਲੱਗਿਆ ਹੋਇਆ ਪੈਸੇ ਦੀ ਦੌੜ ਦੇ ਵਿੱਚ ਲੱਗਿਆ ਹੋਇਆ ਪਰ ਉਹਦਾ ਬਜ਼ੁਰਗ ਇੱਥੇ ਕੱਲਾ ਵਿਚਾਰਾ ਵਕਤ ਦੇ ਨਾਲ ਟੱਕਰਾਂ ਮਾਰਦਾ ਫਿਰਦਾ ਘਰ ਘਰ ਦਰ ਦੀਆਂ ਠੋਕਰਾਂ ਖਾਂਦਾ ਫਿਰਦਾ ਇਹ ਸੋਫੀ ਪਿੰਡ ਇਸ ਚੀਜ਼ ਦਾ ਗਵਾਹ ਵਾ ਵੀ ਬਜ਼ੁਰਗ ਨੇ ਜੋ ਪੰਡਤ ਜੋਗਰਾਜ ਨੇ ਕਿੱਦਾਂ ਦੀ ਜ਼ਿੰਦਗੀ ਬਤੀਤ ਕੀਤੀ ਆ ਤੇ ਹੁਣ ਕਿੱਦਾਂ ਦੀ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਾਂਜੀ ਨਾ ਆਪਣੇ ਕਰਾਣੇ ਇਹ ਬਾਪੂ ਜੀ ਆਹ ਉਹ ਤੇਰੇ ਆ ਲੈ ਇੱਕ ਮਿੰਟ ਆਹ ਜਿਹੜੀਆਂ ਗੁਟਕਾ ਸਾਹਿਬ ਦੀ